ਇਹ ਮੈਂ ਇਹਨੂੰ ਅਕਾਲੀਆਂ ਦੇ ਪੈਰੀਂ ਹੱਥ ਲਾਉਂਦਾ ਵੀ ਵੇਖਿਆ। ਇਹਨਾਂ ਨੇ ਸਿਰਫ ਜਦੋਂ ਉਹਨਾਂ ਦੇ ਗੋਡੀਆਂ ਥਲਾਉਣ ਦੀ ਗੱਲ ਕੀਤੀ ਹੈ ਨਾ, ਮੈਂ ਇਹਨਾਂ ਨੂੰ ਤਲੂਏ ਚੱਟਦਿਆਂ ਵੇਖਿਆ ਜੀ ਆਪ। ਜਿਹੜੇ ਸਰਦਾਰ ਇਕਬਾਲ ਸਿੰਘ ਜੀ ਲਾਲਪੁਰਾ ਨੇ ਨਾ, ਮੈਨੂੰ ਇਹਨਾਂ ਦੇ ਬਾਰੇ ਮੈਂ ਜੇ ਮੂੰਹ ਖੋਲ੍ਹਣਾ ਸ਼ੁਰੂ ਕਰਤਾ ਨਾ, ਖੋਲੋ। ਜੇ ਤੁਹਾਡੀ ਪਰਸਨਲ ਲਾਈਫ ਕੋਸ ਵੇਲੇ ਦੀ ਕਿਸੇ ਨੇ ਸਾਹਮਣੇ ਲੈਣ ਦੀ ਨਾ, ਤੁਹਾਡੇ ਕੋਲ ਕਿਤੇ ਖੜਿਆ ਨਹੀਂ ਜਾਣਾ। ਤੁਸੀਂ ਧਮਕੀ ਹੈ ਉਹਨਾਂ ਨੂੰ? ਨਹੀਂ, ਧਮਕੀ ਨਹੀਂ, ਮੇਰਾ ਸੁਜੈਸ਼ਨ ਹੈ। ਇੱਕ ਜਗ੍ਹਾ ਇਹ ਕਹਿੰਦੇ ਜੀ ਵੀ ਮੈਂ ਰਾਜਨਾਥ ਸਿੰਘ ਨੇ ਹੋਣਾ ਨੂੰ ਕਹਿ ਕੇ ਤੇ ਮੈਂ DGP ਸਾਹਿਬ ਦੀ ਬਦਲ, ਜਦੋਂ ਤੁਹਾਡੇ ਕੋਲ ਹੱਥ 'ਚ ਤੁਹਾਡੇ ਪਾਵਰ ਸੀ, ਚੌਂਕੀ ਇੰਚਾਰਜ ਦੀ ਤੁਸੀਂ ਬਦਲੀ ਨਹੀਂ ਸੀ ਕਰ ਸਕਦੇ। ਜਦੋਂ ਤੁਹਾਡੇ ਕੋਲ ਪਾਵਰ ਸੀਗੀ ਉਦੋਂ ਤੁਸੀਂ ਚੌਂਕੀ ਇੰਚਾਰਜ ਦੀ ਬਦਲੀ ਨਹੀਂ ਕਰ ਸਕਦੇ ਸੀਗੇ, ਤੇ ਤੁਸੀਂ ਅੱਜ ਤੁਸੀਂ ਬਦਲੀਆਂ DGP ਦੀਆਂ ਬਦਲੀਆਂ ਕਰਾਉਣ ਦੀਆਂ ਗੱਲਾਂ ਕਰਦੇ ਵੀ ਤੁਸੀਂ ਕਰਾਤੀ। ਕੀ ਕੀਤਾ ਜੀ ਸਾਹਿਬ ਨੇ? ਗਲਤ ਕੀ ਕੀਤਾ ਜੀ? ਸਾਰਾ ਕੁਛ ਕੱਢ ਕੇ ਸਾਹਮਣੇ ਲਿਆਂਦਾ। ਤੇ ਉਸ ਬੰਦੇ ਉਹਨਾਂ ਕੜੀ ਨਾ ਕੜੀ ਜੋੜੀ ਹੈ ਜੀ। ਕਿੱਥੋਂ ਤੁਰੇ? ਗੋਲੀ ਤੋਂ ਤੁਰੇ ਨਾ ਜੀ। ਗੋਲੀ ਕਿਉਂ ਚੱਲੀ? ਧਰਨਾ ਲੱਗਾ। ਧਰਨਾ ਕਿਉਂ ਲੱਗਾ? ਮਹਾਰਾਜ ਦੀ ਬੇਅਦਬੀ ਹੋਈ। ਮਹਾਰਾਜ ਦੀ ਬੇਅਦਬੀ ਕਿਉਂ ਹੋਈ? ਕਿਉਂਕਿ ਉਸ ਬੰਦੇ ਦੀ ਇੰਨੀ ਕੁ ਦਿਲਵਦੀ ਹੋ ਚੁੱਕੀ ਸੀਗੀ ਕਿ ਉਸ ਬੰਦੇ ਨੇ ਮਤਲਬ ਉਹਦੇ ਜਿਹੜੇ ਟੁਕੜਬੋਜ਼ ਸੀ ਉਹਨਾਂ ਨੇ ਉਹ ਕੀਤਾ। ਇੱਕ ਬੰਦੇ ਨੇ ਕੋਈ ਕੰਮ ਕੀਤਾ ਸੀ, ਉੱਤੇ ਤਾਂ ਕਿੰਤੂ ਪਰੰਤੂ ਸ਼ੁਰੂ ਕਰਤਾ ਕਿ ਉਹਨੇ ਆਹ ਨਹੀਂ ਕੀਤਾ, ਉਹਨੇ ਆਹ ਨਹੀਂ ਕੀਤਾ, ਉਹਨੇ ਆਹ ਨਹੀਂ ਕੀਤਾ। ਕੀ ਗੱਲ ਤੁਸੀਂ ਪਹਿਲੀਆਂ ਜਦੋਂ ਸਾਰੇ ਕੁਝ ਤੁਹਾਡੇ ਸਰਕਾਰਾਂ ਦੇ ਵਿੱਚ ਭਾਈਵਾਲੀ ਸੀ, ਉਦੋਂ ਕਿਉਂ ਨਹੀਂ ਹੋਇਆ ਸਾਰਾ ਕੁਝ? ਦੋਸ਼ੀ ਕਿਹਨੂੰ ਮੰਨਿਆ ਜਾਵੇ? ਹੁਣ ਤਾਂ ਹਾਈ ਕੋਰਟ ਨੇ ਵੀ ਕਹਿ ਦਿੱਤਾ ਵੀ ਅਕਾਲੀ ਤਾਂ ਨੈਚੁਰਲੀ ਵੀ ਉਹਨਾਂ 'ਤੇ ਹੀ ਆਉਂਦਾ ਸੀ, ਸਾਰਾ ਦੋਸ਼ ਉਹਨਾਂ 'ਤੇ ਮੜਦੇ ਸੀ, ਉਹ ਬੇਦੋਸ਼ੀ ਹੋ ਗਏ ਆ। ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਆ, ਉਸ ਵੇਲੇ ਦੀ ਸਮੇਂ ਦੀ ਸਰਕਾਰ ਹੈ, ਉਹ ਕੁਛ ਨਹੀਂ ਕਰ ਸਕੀ। ਅੱਜ ਦੀ ਸਮੇਂ ਦੀ ਸਰਕਾਰ ਜਿਹੜੀ ਹੈ ਉਹ ਵੀ ਕਹਿੰਦੀ ਸੀ ਅਸੀਂ ਦੋਸ਼ੀ ਬਹੁਤ ਜਲਦੀ ਅੰਦਰ ਕਰਾਂਗੇ। ਬੇਸ਼ੱਕ ਇਹਨਾਂ ਦੇ ਜਿਹੜੇ ਮੰਤਰੀ ਜਾਂ ਫਿਰ ਇਹਨਾਂ ਦੇ ਜਿਹੜੇ ਨਾਲ ਜੁੜੇ ਹੋਏ ਲੀਡਰ ਨੇ ਉਹ ਵੀ ਬਹੁਤ ਦਾਅਵੇ ਕਰਦੇ ਰਹੇ ਆ, ਪਰ ਅਜੇ ਤੱਕ ਹੋਇਆ ਕੁਝ ਨਹੀਂ ਹੈ। ਇੱਕ ਕੋਰਟ ਜਿਹੜੀ ਆ, ਐਡੀ ਮਾਣਯੋਗ ਅਦਾਲਤ ਜਿਹੜੀ ਆ, ਉਹ ਅੱਜ ਪਹਿਲਾਂ ਹੀ ਉਹਨਾਂ ਨੂੰ ਤਾਂ ਇੱਕ ਕਲੀਨ ਚਿੱਟ ਵੀ ਦੇ ਰਹੀ ਹੈ ਉਹਦੇ ਵਿੱਚ, ਜਿਹੜੀ ਮੰਗੀ ਨਹੀਂ ਗਈ ਸੀ। ਫਿਰ ਦੂਜੀ ਸਿੱਟ ਹੁਣ ਕੀ ਕਰੂਗੀ ਜੀ ਆਣ ਕੇ? ਵੀ ਜਦੋਂ ਹਾਈ ਕੋਰਟ ਉਹ ਕਲੀਨ ਚਿੱਟ ਦੇ ਪਾਣੀ 'ਚ ਮਧਾਣੀ ਹੈ ਜੀ, ਮਧਾਣੀ ਹੈ ਜੀ, ਰਿੜਕੀ ਜਾਓ, ਨਹੀਂ ਨਿਕਲਣਾ ਕੁਛ। ਸਿਰਫ ਇੱਕ ਆਪਣੀ ਰਾਜਨੀਤੀ ਚਮਕਾਉਣ ਵਾਸਤੇ ਇਹ ਤੁਹਾਨੂੰ ਕੋਈ ਨਹੀਂ ਕਰਨ ਦਊਗਾ। ਜੇ ਤੁਸੀਂ ਕਿਸੇ ਦੀ ਕਰੋਗੇ ਤਾਂ ਬਕਾਇਦਾ ਉਹ ਤਾਂ ਭਾਵੇਂ ਨਾਮ ਬੋਲਣ। ਮੈਨੂੰ ਲੱਗਦਾ ਵੀ ਮੈਂ ਇੱਕ ਜੇ ਵਾਕਈ ਮੈਂ ਕਿਤੇ ਮਾੜੀ ਮੋਟੀ ਕੋਈ ਇਨਸਾਨੀਅਤ ਮੇਰੇ 'ਚ ਹੈਗੀ ਆ, ਤੇ ਮੈਨੂੰ ਫਿਰ ਦੱਸਣਾ ਪਊਗਾ ਵੀ ਤੁਸੀਂ ਕੀ ਕਰਦੇ ਹੋ। ਪੰਜਾਬੀ ਲੋਕ ਚੈਨਲ ਲਈ ਮੈਂ ਹਰਪਾਲ ਸਿੰਘ ਸੁਨਾਮ ਆਪ ਜੀ ਦਾ ਸਵਾਗਤ ਕਰਦਾ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਤੋਂ ਬਾਅਦ ਸਿੱਟ ਬਣਦੀ ਹੈ, ਚਲਾਨ ਪੇਸ਼ ਹੁੰਦੇ ਆ, ਆਪਾਂ ਸਭ ਕੁਝ ਜਾਣਦੇ ਹਾਂ, ਬਹੁਤ ਇਨਵੈਸਟੀਗੇਸ਼ਨ ਹੁੰਦੀ ਹੈ। ਇਨਵੈਸਟੀਗੇਸ਼ਨ ਤੋਂ ਬਾਅਦ ਉਸ ਨੂੰ ਹਾਈ ਕੋਰਟ ਵੱਲੋਂ ਪੂਰੀ ਇਨਵੈਸਟੀਗੇਸ਼ਨ ਨੂੰ ਰੱਦ ਕਰ ਦਿੱਤਾ ਜਾਂਦਾ ਹੈ। ਹੁਣ ਜੋ ਇਨਵੈਸਟੀਗੇਸ਼ਨ ਕਰਦੇ ਹੈ ਕੁੰਵਰ ਵਿਜੇ ਪ੍ਰਤਾਪ ਜੀ, ਉਹਨਾਂ ਦੇ ਉੱਤੇ ਬਹੁਤ ਸਵਾਲ ਉੱਠਦੇ ਪਏ ਆ। ਰਾਜਨੀਤਿਕ ਲੋਕ ਵੀ ਸਵਾਲ ਉਠਾਉਂਦੇ ਆ ਅਤੇ ਕੁਝ ਪੁਲਿਸ ਵਾਲੇ ਵੀ ਕਹਿੰਦੇ ਆ ਵੀ ਇਸ ਜਿਹੜੀ ਇਨਵੈਸਟੀਗੇਸ਼ਨ ਵਿੱਚ ਬਹੁਤ ਖਾਮੀਆਂ ਭਰਪੂਰ ਸੀ, ਤਦੇ ਇਹ ਹਾਈ ਕੋਰਟ ਵੱਲੋਂ ਇਸ ਨੂੰ ਰੱਦ ਕੀਤਾ ਗਿਆ। ਆਪਾਂ ਗੱਲਬਾਤ ਕਰਦੇ ਹਾਂ ਅੱਜ, ਕਿਉਂਕਿ ਪਿਛਲੇ ਦਿਨੀ ਅਸੀਂ ਸਰਦਾਰ ਪਰਮ ਸੁਨੀਲ ਸਿੰਘ ਰੰਧਾਵਾ, ਜੋ ਕਿ ਪੁਲਿਸ ਡਿਪਾਰਟਮੈਂਟ ਦੇ ਵਿੱਚ ਰਹੇ, ਸਾਬਕਾ ਇੰਸਪੈਕਟਰ ਰਹੇ ਆ, ਇਹਨਾਂ ਨੂੰ ਪਤਾ ਹੋਵੇਗਾ ਕਿ ਇਹ ਜਿਹੜਾ ਸਾਰਾ ਕੁਝ ਵਰਤਾਰਾ ਹੋਇਆ ਕਿਵੇਂ ਆ। ਹਾਂਜੀ ਰੰਧਾਵਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿ ਫਤਿਹ ਜੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਪੰਜਾਬੀ ਲੋਕ ਮੰਚ ਚੈਨਲ ਰਾਹੀਂ, ਮੈਂ ਇਸ ਚੈਨਲ ਰਾਹੀਂ ਸਾਰੇ ਹੀ ਸੁਣਨ ਵਾਲੇ ਤੁਹਾਡੇ ਦਰਸ਼ਕਾਂ ਨੂੰ ਗੁਰੂ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਤੁਸੀਂ ਪਿਛਲੇ ਦਿਨੀ ਤੁਹਾਡੀ ਅਸੀਂ ਇੱਕ ਇੰਟਰਵਿਊ ਕੀਤੀ ਸੀ, ਤੁਸੀਂ ਉਹਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਜੀ ਦੇ ਕਾਫੀ ਗੱਲਾਂ ਬਹੁਤ ਪੋਜ਼ੀਟਿਵ ਦੱਸੀਆਂ ਸੀ, ਪਰ ਹੁਣ ਜਿੰਨਾ ਕੁਛ ਉਹਨਾਂ ਦੀ ਬਾਬਤ ਆ ਰਿਹਾ ਵੀ ਇਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਸੀ ਉਹ ਬਹੁਤ ਖਾਮੀਆਂ ਭਰਪੂਰ ਸੀ, ਤਦ ਹੀ ਫਿਰ ਮਾਨਯੋਗ ਹਾਈ ਕੋਰਟ ਨੇ ਇਸ ਨੂੰ ਰੱਦ ਕਰ ਦਿੱਤਾ। ਹੁਣ ਤਾਂ ਹਾਈ ਕੋਰਟ ਵੱਲੋਂ ਕਾਫੀ ਹੋਰ ਗੱਲਾਂ ਵੀ ਅੱਗੇ ਆ ਰਹੀਆਂ ਨੇ ਵੀ ਇਹਨਾਂ ਨੂੰ ਬਹੁਤ ਜ਼ਿਆਦਾ ਨੈਗੇਟਿਵ ਰੱਖਿਆ ਗਿਆ, ਵੀ ਜਿਵੇਂ ਇਨਵੈਸਟੀਗੇਸ਼ਨ ਦੀ ਇਹਨਾਂ ਨੂੰ ABC ਵੀ ਨਹੀਂ ਪਤਾ ਸੀ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸਭ ਤੋਂ ਪਹਿਲੇ ਦੇਖੋ ਜੀ, ਹਾਈ ਕੋਰਟ ਨੂੰ ਕੋਰਟ ਨਾ ਕਰਦਿਆਂ ਹੋਇਆਂ ਮੈਂ ਇਹ ਜ਼ਰੂਰ ਕਹਿਣਾ ਚਾਹੂੰਗਾ ਵੀ ਮੈਂ ਇਹਨਾਂ ਗੱਲਾਂ ਨਾਲ ਸਹਿਮਤ ਨਹੀਂ ਗਾ ਵੀ ਉਹ ਬਿਲਕੁਲ ਕੋਈ ਜੇ ਵੀ ਉਹਦੇ 'ਚ ਬਿਲਕੁਲ ਖਾਮੀਆਂ ਹੀ ਖਾਮੀਆਂ ਸੀ। ਰੂਟੀਨ ਦੇ ਵਿੱਚ ਆਪਾਂ ਜਦੋਂ ਵੀ ਕੋਈ ਆਪਾਂ ਚਲਾਨ ਪੇਸ਼ ਕਰਦੇ ਹਾਂ, ਉਹਨਾਂ ਦੇ ਵਿੱਚ ਪੁਲਿਸ ਆਫੀਸਰ ਆਪਣੀ ਪੂਰੀ ਵਾਹ ਲਾਉਂਦਾ ਹੈ ਕਿ ਮੈਂ ਉਹਨੂੰ ਪੁਖਤਾ ਸਬੂਤਾਂ ਦੇ ਆਧਾਰ 'ਤੇ ਕੋਰਟ ਦੇ ਵਿੱਚ ਪੇਸ਼ ਕਰਾਂ, ਤਾਂ ਕਿ ਉਹ ਕੋਰਟ ਦੇ ਵਿੱਚ ਖੜ੍ਹ ਸਕੇ ਅਤੇ ਜਿਹੜਾ ਕੋਈ ਦੋਸ਼ੀ ਆ ਉਹਨੂੰ ਉਹ ਸਜ਼ਾ ਮਿਲ ਸਕੇ। ਅਤੇ ਮੇਰਾ ਜਿੰਨਾ ਕੁ ਮੰਨਣਾ ਹੈ, ਮੈਂ ਉਹ ਚਲਾਨ ਤਾਂ ਨਹੀਂ ਪੜ੍ਹਿਆ, ਪਰ ਮੇਰਾ ਜਿੰਨਾ ਕੁ ਮੰਨਣਾ ਹੈ ਵੀ ਜਿੰਨਾ ਕੁ ਮੈਂ ਉਹਨਾਂ ਦੀ ਸ਼ਖਸੀਅਤ ਨੂੰ ਜਾਣਦਾ ਵੀ ਉਹਨਾਂ ਕੋਈ ਆਪਣੇ ਵੱਲੋਂ ਕਸਰ ਕੋਈ ਨਹੀਂ ਛੱਡੀ ਹੋਊਗੀ। ਪਰ ਇਹ ਤਾਂ ਅਦਾਲਤ ਦੇ ਵਿੱਚ ਤਾਂ ਐਕਚੁਅਲ ਜਿਹੜਾ ਕ੍ਰਿਮੀਨਲ ਜਸਟਿਸ ਸਿਸਟਮ ਹੈ ਇੰਡੀਆ ਦਾ, ਉਹਦੇ ਮੁਤਾਬਕ ਦੇ ਵਿੱਚ ਜਦੋਂ ਇੱਕ ਵਾਰੀ ਚਲਾਨ ਪੇਸ਼ ਹੋ ਜਾਂਦਾ ਆ, ਉਹਦੇ ਵਿੱਚ
ਪ੍ਰੋਸੀਡਿੰਗ ਚੱਲਣੀ ਸੀ, ਉਹਦੇ ਵਿੱਚ ਚਾਰਜ ਸ਼ੀਟ ਲੱਗਣੀ ਸੀ, ਚਾਰਜ ਲੱਗਣੇ ਸੀ ਕੋਰਟ ਦੇ ਵਿੱਚ ਜਾ ਕੇ, ਤੇ ਉਹ ਚਾਰਜ ਲੱਗਣ ਦੇ ਦੌਰਾਨ ਵੀ ਬਹਿਸ ਹੋਣੀ ਸੀ ਵੀ ਕੀ ਚਾਰਜ ਲੱਗਣ ਜੋਗੇ ਸਬੂਤ ਹੈਗੇ ਨੇ, ਸਟੈਪ ਬਾਈ ਸਟੈਪ ਇਹ ਬਣਦਾ ਸੀ। ਹਾਈ ਕੋਰਟ ਦੇ ਵਿੱਚ ਤਾਂ ਉਹ ਮਸਲਾ ਜਾਣਾ ਹੀ ਜਾਣਾ ਸੀਗਾ ਜੀ। ਅੱਜ ਕੋਈ ਪਟੀਸ਼ਨਰ ਜਾਂਦਾ ਚਾਹੇ ਨਾ ਜਾਂਦਾ, ਪਰ ਕੱਲ੍ਹ ਨੂੰ ਜੇ ਭਾਵੇਂ ਉਹ ਮੁਕੱਦਮਾ ਸਜ਼ਾ ਹੁੰਦਾ, ਭਾਵੇਂ ਹੁੰਦਾ ਬਰੀ, ਜੇ ਸਜ਼ਾ ਹੁੰਦਾ ਤੇ ਦੋਸ਼ੀਆਂ ਨੇ ਹਾਈ ਕੋਰਟ 'ਚ ਅਪੀਲ ਕਰਨੀ ਸੀ, ਜੇ ਬਰੀ ਹੁੰਦਾ ਤੇ ਸਰਕਾਰੀ ਪੱਖ ਨੇ ਅਪੀਲ ਕਰਨੀ, ਕਿਉਂਕਿ ਸਦਾ ਹੀ ਕੇਸ ਜਿਹੜਾ ਹੁੰਦਾ ਸਟੇਟ ਵਰਸਸ ਹੁੰਦਾ। ਹਾਈ ਕੋਰਟ ਦੇ ਵਿੱਚ ਮੈਂ 18 ਸਾਲ ਪੁਲਿਸ ਦੀ ਐਕਟਿਵ ਜੌਬ ਕੀਤੀ ਆ ਔਰ 10 ਥਾਣਿਆਂ ਦਾ ਮੈਂ ਐਜ਼ ਏ SHO ਰਿਹਾ ਹਾਂ ਔਰ ਬਹੁਤ ਵਾਰੀ ਹਾਈ ਕੋਰਟ 'ਚ ਜਾਣ ਦਾ ਮੌਕਾ ਮਿਲਦਾ ਰਿਹਾ। ਹਾਈ ਕੋਰਟ ਦੇ ਵਿੱਚ ਮੇਰੇ ਸਮੇਂ ਦੌਰਾਨ ਕਈ ਬੜੇ ਸੋਲਿਡ ਕੇਸ ਜਿਹੜੇ ਆ ਉਹ ਜਾਂਦੇ ਰਹੇ, ਪਰ ਕਦੀ ਇੱਦਾਂ ਦੀ ਰਿਲੀਫ ਮਿਲਦੀ ਮੈਂ ਨਹੀਂ ਦੇਖੀ ਵੀ ਇਹ ਬਿਨਾਂ ਮੰਗੀ ਰਿਲੀਫ ਦੇ ਰਹੇ ਆ। ਮੈਂ ਦੱਸ ਰਿਹਾ ਤੁਹਾਨੂੰ ਵੀ ਇਹਦੇ ਵਿੱਚ ਜਿਹੜੀ ਰਿਲੀਫ ਮੰਗੀ ਨਹੀਂ ਜਾ ਰਹੀ ਉਹ ਰਿਲੀਫ ਦਿੱਤੀ ਜਾ ਰਹੀ ਆ। ਮੰਗਿਆ ਕੀ ਆ, ਪਟੀਸ਼ਨਰ ਨੇ ਉਹਦੀ FIR ਦੀ ਕੁਐਸ਼ਨ ਮੰਗੀ ਹੈ ਨੀ। ਅੱਜ ਮੈਂ ਜੋ ਸੁਣ ਰਿਹਾ ਮੀਡੀਆ ਰਾਹੀਂ ਪਤਾ ਲੱਗ ਰਿਹਾ ਜੀ ਵੀ ਉਹਦੇ ਵਿੱਚ ਕੁਛ ਜਿਹੜੇ ਸਾਡੇ ਉਸ ਵੇਲੇ ਦੇ ਸਰਕਾਰੀ ਪੱਖ ਦੇ ਬੰਦੇ ਸੀਗੇ ਉਹਨਾਂ ਨੂੰ ਕਲੀਨ ਚਿੱਟ ਦਿੱਤੀ ਜਾ ਰਹੀ ਹੈ, ਜਦ ਕਿ ਕਲੀਨ ਚਿੱਟ ਤੇ ਕਿਸੇ ਨੂੰ ਮੰਗੀ ਨਹੀਂ। ਜੇ ਉਹ ਅੱਜ ਉਹ ਮੰਨ ਲਓ ਜੇ ਅਗਲੀ ਸਿੱਟ ਵੀ ਬਣਦੀ ਆ ਤੇ ਅਗਲੀ ਸਿੱਟ ਨੂੰ ਤੇ ਆਪਣੇ ਮਾਨਯੋਗ ਜਸਟਿਸ ਸਾਹਿਬ ਨੇ ਅੱਜ ਹੀ ਪ੍ਰਭਾਵਿਤ ਕਰਤਾ ਵੀ ਉਹ ਫਲਾਣੇ ਨੂੰ ਤਾਂ ਕਲੀਨ ਚਿੱਟ ਉਹਨਾਂ ਨੇ ਪਹਿਲਾਂ ਹੀ ਦੇ ਦਿੱਤੀ ਜੀ। ਕਿਉਂ ਇਹ ਚੀਜ਼ਾਂ ਜਿਹੜੀ ਇਹ ਆ, ਇਹ ਆਪਣੇ ਆਪ ਦੇ ਵਿੱਚ ਇਹ ਵੀ ਇੱਕ ਮਤਲਬ ਅਪੀਲ ਦੀ, ਇਸ ਫੈਸਲੇ ਦੇ ਖਿਲਾਫ ਅਪੀਲ ਦੀ ਇੱਕ ਬੜੀ ਵੱਡੀ ਇੱਕ ਗਰਾਊਂਡ ਆ ਵੀ ਜਿਹੜਾ ਤੁਸੀਂ ਮੰਗਿਆ ਹੀ ਨਹੀਂ, ਇੱਕ ਬੈਨੀਫਿਟ ਹੀ ਨਹੀਂ ਮੰਗਿਆ, ਉਹ ਬੈਨੀਫਿਟ ਕੋਰਟ ਜਿਹੜੀ ਆਪਣੇ ਆਪ ਹੀ ਦੇਈ ਜਾ ਰਹੀ ਹੈ ਜੀ। ਮੈਂ 18 ਸਾਲ ਦੀ ਆਪਣੀ ਜੌਬ ਦੇ ਵਿੱਚ, ਹੋ ਸਕਦਾ ਮੈਂ ਗਲਤ ਹੋਵਾਂ, ਪਰ ਮੇਰਾ ਆਪਣਾ ਤਜਰਬਾ ਇੱਦਾਂ ਦਾ ਫੈਸਲਾ ਮੈਂ ਨਹੀਂ ਕਦੀ ਦੇਖਿਆ ਜੀ। ਇੱਕ ਹੁਣ ਤੁਸੀਂ ਜਿਵੇਂ ਦੱਸ ਰਹੇ ਹੋ ਵੀ ਉਹਨਾਂ ਦੀ ਸ਼ਖਸੀਅਤ, ਉਹਨਾਂ ਦਾ ਕਿਰਦਾਰ ਕੁੰਵਰ ਵਿਜੇ ਪ੍ਰਤਾਪ ਜੀ ਦਾ ਇਸ ਤਰ੍ਹਾਂ ਦਾ, ਮੈਂ ਇੱਕ ਇੰਟਰਵਿਊ ਦੇਖ ਰਿਹਾ ਨਿੱਜੀ ਚੈਨਲ ਦੇ ਉੱਤੇ, ਤੁਹਾਡੇ ਰਿਟਾਇਰਡ ਸਾਬਕਾ SSP ਹੋਏ ਸਰਦਾਰ ਇਕਬਾਲ ਸਿੰਘ ਜੀ ਲਾਲਪੁਰਾ, ਉਹਨਾਂ ਨੇ ਤਾਂ ਪੂਰੇ ਜਿਵੇਂ ਸਾਰਾ ਕੁਝ ਦੱਸਿਆ, ਅੱਜ ਕੱਲ੍ਹ ਇੱਕ ਰਾਜਨੀਤਿਕ ਪਾਰਟੀ ਦੇ ਨਾਲ ਵੀ ਜੁੜੇ ਹੋਏ ਆ। ਉਹਨਾਂ ਨੇ ਕਿਹਾ ਵੀ ਜਿਹੜੇ ਆਪਣੇ ਕੁੰਵਰ ਵਿਜੇ ਪ੍ਰਤਾਪ ਜੀ ਹੈ, ਰੱਜ ਕੇ ਨਲਾਇਕ, ਰੱਜ ਕੇ ਪਖੰਡੀ, ਅਨਪ੍ਰੋਫੈਸ਼ਨਲ, ਬਹੁਤ ਦੋਸ਼ ਲਾਏ ਆ ਉਹਨਾਂ ਦੇ ਉੱਤੇ, ਤੇ ਉਹ ਨੈਚੁਰਲੀ ਆ ਵੀ ਤੁਹਾਡੇ ਤੋਂ ਉੱਚੀ ਪੋਸਟ ਤੇ ਹੋਣੇ ਮੇਰਾ ਖਿਆਲ ਜੀ। ਉਹਨਾਂ ਬਾਰੇ ਤੁਹਾਡਾ ਕੀ ਵਿਚਾਰ ਹੈ? ਦੇਖੋ ਜੀ, ਮੈਂ ਵੀ ਉਹ ਇੰਟਰਵਿਊ ਦੇਖੀ ਹੈ ਜੀ ਸਰਦਾਰ ਇਕਬਾਲ ਸਿੰਘ ਲਾਲਪੁਰਾ, ਔਰ ਮੈਂ ਦੋਨਾਂ ਹੀ ਅਫਸਰਾਂ ਨਾਲ ਕੰਮ ਕੀਤਾ ਜੀ ਬੜੀ ਕਲੋਜ਼ਲੀ। ਅੱਛਾ, ਤੁਸੀਂ ਦੋਨਾਂ ਹੀ ਅਫਸਰਾਂ ਨਾਲ? ਹਾਂ ਜੀ, ਦੋਨਾਂ ਹੀ ਅਫਸਰਾਂ ਨੇ ਕੰਮ ਕੀਤਾ, ਤੇ ਉਹ ਇੱਕ ਦੂਜੇ ਦਾ ਐਨਾਲਿਸਿਸ ਜਿਹੜਾ ਮਤਲਬ ਉਹ ਸ਼ਾਇਦ ਇੰਨੀ ਕਾਬਲੀਅਤ ਨਹੀਂ ਰੱਖਦੇ ਕਰਨ ਦੀ ਜਿੰਨਾ ਉਹਨਾਂ ਦਾ ਕੋਈ ਉਹਨਾਂ ਤੋਂ ਉੱਪਰਲਾ ਅਫਸਰ ਤੇ ਜਾਂ ਜਿੰਨਾ ਕੋਈ ਉਹਨਾਂ ਤੋਂ ਹੇਠਲਾ ਜਿਹਨੇ ਉਹਨਾਂ ਦੇ ਨਾਲ ਕੰਮ ਕੀਤਾ। ਮੈਂ ਜਿਹੜੀ ਉਹਨਾਂ ਦੀ ਗੱਲ ਸੁਣੀ ਤੇ ਜਿਹੜੀ ਉਹਨਾਂ ਨੇ ਇਹ ਗੱਲ ਕਹੀ ਹੈ ਨਾ ਜੀ ਵੀ ਉਹ ਰਾਜਨੀਤਿਕ ਅਕਾਲੀਆਂ ਦੇ ਪੈਰੀਂ ਹੱਥ ਲਾਉਂਦੇ ਰਹੇ। ਹਾਂਜੀ, ਬਿਲਕੁਲ। ਉਹਨਾਂ ਨੇ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ ਆ। ਕੁੰਵਰ ਵਿਜੇ ਪ੍ਰਤਾਪ ਸਿੰਘ ਨਾਲ ਮੇਰੀ ਗੱਲ ਨਹੀਂ ਹੋਈ ਜੀ, 2 ਸਾਲ ਹੋ ਚੁੱਕੇ ਆ। ਹੁਣ ਮੈਂ ਇੱਕ ਦਿਨ ਉਹਨਾਂ ਦੀ ਪ੍ਰਾਈਮ ਟਾਈਮ TV ਤੇ ਇੰਟਰਵਿਊ ਤੋਂ ਬਾਅਦ ਮੈਂ ਉਹਨਾਂ ਨੂੰ ਕਾਲ ਕਰਨ ਦੀ ਕੋਸ਼ਿਸ਼ ਕੀਤੀ, 4 ਵਾਰੀ ਕੀਤੀ, 4 ਵਾਰੀ ਫੋਨ ਬੰਦ ਆਇਆ ਉਹਨਾਂ ਦਾ, ਮੇਰੀ ਗੱਲ ਨਹੀਂ ਹੋ ਸਕੀ। ਪਰ ਮੈਂ ਇੱਕ ਗੱਲ ਦਾ ਦਾਅਵਾ ਕਰਦਾ ਵੀ ਜੇ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣਾ ਕਦੀ ਵੀ ਇੱਦਾਂ ਦਾ ਕਦੀ ਕੋਈ ਕੰਮ ਕੀਤਾ ਹੋਵੇ ਤੇ ਉਹਦੇ ਲਈ ਮੈਂ ਜਵਾਬ ਦੇ ਬਣ ਸਕਦਾ, ਮਤਲਬ ਮੈਂ ਦਾਅਵਾ ਕਰ ਸਕਦਾ ਇੱਕ ਤੀਜੇ ਬੰਦੇ ਵਾਸਤੇ। ਹਾਂ, ਮੈਂ ਦੇਣਦਾਰ ਰਿਹਾ ਇਸ ਗੱਲ ਦਾ ਵੀ ਜੇ ਕਦੀ ਉਹਨਾਂ ਨੇ ਇੱਦਾਂ ਦਾ ਕੰਮ ਕੀਤਾ ਹੋਵੇ ਤਾਂ ਮੈਂ ਜ਼ਿੰਮੇਵਾਰ ਹਾਂ। ਮੈਂ ਹਰ ਤਰੀਕੇ ਦਾ ਮਤਲਬ ਜਿੱਦਾਂ ਦਾ ਦੋਸ਼ ਮੇਰੇ 'ਤੇ ਲਾਉਣਾ ਲਾ ਲਓ। ਪਰ ਜਿਹੜੇ ਸਰਦਾਰ ਇਕਬਾਲ ਸਿੰਘ ਜੀ ਲਾਲਪੁਰਾ ਨੇ ਨਾ, ਮੈਨੂੰ ਇਹਨਾਂ ਦੇ ਬਾਰੇ ਮੈਂ ਜੇ ਮੂੰਹ ਖੋਲ੍ਹਣਾ ਸ਼ੁਰੂ ਕਰਤਾ ਨਾ, ਖੋਲੋ ਇਹ ਹੈ ਜੀ ਵੀ ਮਤਲਬ ਜਿਹੜਾ ਨਾ ਉਹ ਪਤਾ ਲੱਗਣਾ, ਦਿਨ ਤੇ ਰਾਤ ਦਾ ਫਰਕ ਹੈ ਜੀ। ਫਿਰ ਕੋਈ ਖਾਸ ਗੱਲ ਅਜੇ ਤਾਂ ਮੈਂ ਸਿਰਫ ਇੰਨੀ ਕੁ ਕਹਿਣਾ ਚਾਹੂੰਗਾ ਵੀ ਸਾਰੀ ਉਮਰ ਆਪਾਂ ਰਾਜਨੀਤਿਕ ਲੀਡਰਾਂ ਦੇ ਤਲੂਏ ਚੱਟ ਕੇ ਨੌਕਰੀ ਕੀਤੀ ਹੋਵੇ ਤੇ ਅੱਜ ਅਸੀਂ ਮਤਲਬ ਇਹਨਾਂ ਗੱਲਾਂ ਤੇ ਦਾਅਵੇ ਕਰਨੇ ਸ਼ੁਰੂ ਕਰ ਦਈਏ ਵੀ ਮਤਲਬ ਕਿਸੇ ਬੰਦੇ ਤੇ ਤੁਸੀਂ ਪਰਸਨੈਲਿਟੀ ਤੇ ਤੁਸੀਂ ਉਹਨਾਂ ਦੀ ਜਿਹੜੀ ਖਾਮੀਆਂ ਕੱਢਣੀਆਂ ਕੱਢੋ ਜੀ, ਉਹਨਾਂ ਦੀ ਇਨਵੈਸਟੀਗੇਸ਼ਨ 'ਚ ਖਾਮੀਆਂ ਕੱਢਣੀਆਂ ਕੱਢੋ, ਤੁਹਾਡਾ ਅਧਿਕਾਰ ਆ ਜੀ। ਪਰ ਜੇ ਤੁਸੀਂ ਦਾੜਾ ਪ੍ਰਕਾਸ਼ ਕਰਕੇ ਇੱਕ ਸਾਬਤ ਸੂਰਤ ਸਿੱਖ ਹੋ ਕੇ ਝੂਠ ਬੋਲੋ ਤੇ ਇਹਦੇ ਨਾਲੋਂ ਮਾੜੀ ਗੱਲ ਕੋਈ ਹੋ ਨਹੀਂ ਸਕਦੀ। ਔਰ ਤੁਸੀਂ ਬਿਲਕੁਲ, ਮੈਂ ਦਾਅਵਾ ਕਰਦਾ ਵੀ ਤੁਸੀਂ ਇਹ ਬਿਲਕੁਲ ਝੂਠ ਬੋਲਿਆ ਔਰ ਇਹ ਇੱਕ ਬੰਦੇ ਦੀ ਇੱਕ ਚੰਗੀ ਸ਼ਖਸੀਅਤ ਤੇ ਤੁਸੀਂ ਬਿਨਾਂ ਵਜ੍ਹਾ ਜਦੋਂ ਕਹਿੰਦੇ ਨਾ ਚੰਨ ਤੇ ਥੁੱਕਣ ਵਾਲਾ ਕੰਮ ਉਹ ਕੀਤਾ ਹੈ। ਮੈਂ ਬਾਕੀ ਗੱਲਾਂ 'ਚ ਨਹੀਂ ਜਾਣਾ ਚਾਹੁੰਦਾ, ਮੈਂ ਇੱਕ ਗੱਲ ਨੂੰ ਜ਼ਰੂਰ ਫੜਨਾ ਚਾਹੁੰਦਾ ਵੀ ਤੁਸੀਂ ਆਹ ਗੱਲ ਕਹੀ ਵੀ ਉਹ ਪੈਰੀਂ ਹੱਥ ਲਾਉਣ ਵਾਲੇ ਮਤਲਬ ਉਹਨਾਂ ਨੇ ਅਕਾਲੀਆਂ ਦੇ ਗੁੜ, ਮੈਂ ਉਹਦਾ ਦਾਅਵਾ ਕਰਦਾ ਜੀ ਉਹ ਬੰਦਾ ਇਹ ਨਹੀਂ ਕੰਮ ਕਰ ਸਕਦਾ। ਔਰ ਸਰਦਾਰ ਇਕਬਾਲ ਸਿੰਘ ਹੋਣੀ ਜਿਹੜੇ ਆ ਉਹ ਨੌਕਰੀ ਇਸੇ ਤਰੀਕੇ ਨਹੀਂ ਕਰਕੇ ਗਏ ਆ। ਅੱਛਾ, ਤੁਸੀਂ ਕਹਿੰਦੇ ਹੋ, ਮੈਂ ਕਹਿੰਦਾ ਤੁਸੀਂ ਇਹ ਗੱਲ ਕਹਿ ਰਹੇ ਵੀ ਉਹ ਲੋਕ ਉਹ ਪੈਰੀਂ ਹੱਥ ਕਰਕੇ ਗਏ ਆ, ਪੈਰੀਂ ਹੱਥ ਲਾ ਕੇ ਨੌਕਰੀ ਕਰਕੇ ਗਏ ਸਾਰੀ ਜੀ। ਅੱਛਾ ਜੀ, ਮੈਂ ਸਾਰੀ ਇੰਟਰਵਿਊ ਸੁਣੀ ਜੀ, ਮੈਂ ਹੈਰਾਨ ਹੋ ਗਿਆ ਵੀ ਅੱਜ ਇੱਕ ਬੰਦਾ ਜਿਹੜਾ ਦਾਅਵਾ ਕਰ ਰਿਹਾ ਵੀ DGP ਦੀ ਬਦਲੀ ਜਿਹੜੀ ਆ ਹਾਂਜੀ ਉਹਨਾਂ ਨੇ ਕਰਵਾਤੀ। ਹਾਂਜੀ, ਉਹ ਇੱਕ ਜਗ੍ਹਾ ਕਹਿੰਦੇ ਇਹ ਕਹਿੰਦੇ ਜੀ ਵੀ ਮੈਂ ਰਾਜਨਾਥ ਸਿੰਘ ਨੇ ਉਹਨਾਂ ਨੂੰ ਕਹਿ ਕੇ ਤੇ ਮੈਂ DGP ਸਾਹਿਬ ਦੀ ਜਦੋਂ ਤੁਹਾਡੇ ਕੋਲ ਹੱਥ ਤੁਹਾਡੇ ਪਾਵਰ ਸੀ, ਚੌਂਕੀ ਇੰਚਾਰਜ ਦੀ ਤੁਸੀਂ ਬਦਲੀ ਨਹੀਂ ਸੀ ਕਰ ਸਕਦੇ।
ਜਦੋਂ ਤੁਹਾਡੇ ਕੋਲ ਪਾਵਰ ਸੀਗੀ ਜੀ ਉਦੋਂ ਤੁਸੀਂ ਚੌਂਕੀ ਇੰਚਾਰਜ ਦੀ ਬਦਲੀ ਨਹੀਂ ਕਰ ਸਕਦੇ ਸੀਗੇ ਅਤੇ ਤੁਸੀਂ ਅੱਜ ਤੁਸੀਂ ਬਦਲੀਆਂ DGP ਦੀਆਂ ਬਦਲੀਆਂ ਕਰਾਉਣ ਦੀਆਂ ਗੱਲਾਂ ਕਰਦੇ ਵੀ ਤੁਸੀਂ ਕਰਾਤੀ। ਥੋੜ੍ਹਾ ਜਿਹਾ ਘੱਟੋ ਘੱਟ ਰੱਬ ਨੂੰ ਹਾਜ਼ਰ ਨਾਜ਼ਰ ਮੰਨੋ ਕਿਤੇ ਮਾੜਾ ਮੋਟਾ ਆਪਾਂ ਕਿੰਨੇ ਮੈਂ ਸਾਰੀ ਤੁਹਾਡੀ ਇੰਟਰਵਿਊ ਲੋਕਾਂ ਦੇ ਤੁਸੀਂ ਅਫਸਰਾਂ ਦੇ ਪਰਸਨਲ ਐਲੀਗੇਸ਼ਨ ਲਾ ਰਹੇ ਜੇ ਪਰਸਨਲ ਲਾਈਫ ਦੇ ਵਿੱਚ ਦਖਲਅੰਦਾਜ਼ੀ ਕਰ ਰਹੇ ਜੋ ਤੁਹਾਡੀ ਪਰਸਨਲ ਲਾਈਫ ਉਸ ਵੇਲੇ ਦੀ ਕਿਸੇ ਨੇ ਸਾਹਮਣੇ ਲੈਣ ਦੀ ਨਾ ਤੁਹਾਡੇ ਕੋਲ ਕਿਤੇ ਖੜਿਆ ਨਹੀਂ ਜਾਣਾ। ਮੇਰਾ ਤੁਹਾਨੂੰ ਬੇਨਤੀ ਹੈ ਤੁਸੀਂ ਮੇਰੇ ਸਤਿਕਾਰਯੋਗ ਜੇ ਤੁਸੀਂ ਵੀ ਮੇਰੇ ਅਫਸਰ ਰਹੇ ਜੇ ਵੀ ਕਾਈਂਡਲੀ ਉਨਾ ਕੁ ਜਿੰਨਾ ਕੁ ਜਿਹੜਾ ਜਾਇਜ਼ ਹੈ ਨਾ ਉਹਨਾਂ ਕੁੰਵਰ ਵਿਜੇ ਪ੍ਰਤਾਪ ਦੇ ਫਿਰ ਮੁੜ ਕੇ ਆਈਏ ਵੀ ਜਿਹੜੇ ਮੈਂ ਉਹ ਇੰਟਰਵਿਊ ਸੁਣੀ ਆ ਬੇਸਡ ਔਨ ਉਹਨਾਂ ਨੇ ਕਿਹਾ ਵੀ ਜਿਹੜੇ ਉਹਨਾਂ ਨੇ ਅਕਿਊਜ਼ ਦੀ ਲਿਸਟ ਬਣਾਈ ਹੈ ਉਹਦੇ ਵਿੱਚ ਤਾਂ ਨਾ ਤਾਂ ਉਸ ਵੇਲੇ ਦੀ ਹਾਕਮ ਧਿਰ ਸਰਕਾਰ ਨਾ ਉਸ ਵੇਲੇ ਦੇ DGP ਉਹਨਾਂ ਦੇ ਨਾਮ ਤੱਕ ਸ਼ਾਮਲ ਨਹੀਂ। ਤੇ ਫਿਰ ਅੱਜ ਕੱਲ੍ਹ ਜਿਹੜਾ ਰੌਲਾ ਪਾਇਆ ਜਾ ਰਿਹਾ ਉਹ ਸਾਰੇ ਹੀ ਦੋਸ਼ ਇਹਨਾਂ ਦੇ ਉੱਤੇ ਬੇਸਡ ਔਨ ਨੇ ਵੀ ਉਸ ਵੇਲੇ ਦੀ ਸਮੇਂ ਸਰਕਾਰ ਬਾਦਲ ਸਰਕਾਰ ਨੂੰ ਦੋਸ਼ੀ ਜਾਂ ਫਿਰ ਆਪਾਂ ਕਹੀਏ ਵੀ ਜਿਹੜੇ ਸੁਮੇਧ ਸੈਣੀ ਜੀ ਆ ਉਹਨਾਂ ਨੂੰ ਦੋਸ਼ੀ ਇਹ ਜਿਹੜੇ ਪੁਲਿਸ ਅਫਸਰ ਉਹਨਾਂ ਦੇ ਉੱਤੇ ਦੋਸ਼ ਮੜੇ ਜਾ ਰਹੇ ਆ। ਤੁਸੀਂ ਕੀ ਕਹਿਣਾ ਚਾਹੁੰਦੇ? ਮੈਂ ਇਹਦੇ ਵਿੱਚ ਇਹ ਕਹਿਣਾ ਚਾਹੁੰਦਾ ਜੀ ਜਿਹੜਾ ਜੇ ਤੁਸੀਂ ਇੰਟਰਵਿਊਜ਼ ਸੁਣੀਆਂ ਹੋਣਾ ਬਾਅਦ ਵਾਲੀਆਂ ਚਲਾਨ ਦੇਣ ਤੋਂ ਬਾਅਦ ਸ਼੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਉਹਨਾਂ ਦੀਆਂ ਉਹਨਾਂ ਨੇ ਲਾਸਟ ਦੱਸਿਆ ਸੀ ਇੱਕ ਚਲਾਨ ਅਜੇ ਰਹਿੰਦਾ ਸੀਗਾ ਜੀ ਜਿਹੜਾ ਦੇਣਾ ਸੀਗਾ। ਐਕਚੁਅਲੀ ਉਹਨਾਂ ਨੇ ਇਨਵੈਸਟੀਗੇਸ਼ਨ ਜਿੰਨਾ ਕੁ ਮੈਂ ਜਾਣਦਾ ਮਤਲਬ CBI ਵੀ ਇਸੇ ਪੈਟਰਨ 'ਤੇ ਜਿਹੜੀ ਆ ਇਨਵੈਸਟੀਗੇਸ਼ਨ ਕਰਦੀ ਹੈ ਜਿਸ ਪੈਟਰਨ 'ਤੇ IG ਸਾਹਿਬ ਨੇ ਕੀਤੀ ਆ। ਉਹਨਾਂ ਨੇ ਮਤਲਬ ਕੜੀ ਨਾਲ ਕੜੀ ਜੋੜੀ ਆ ਜੀ। ਨੰਬਰ 1 ਗੋਲੀ ਚੱਲੀ ਜੀ। ਗੋਲੀ ਕਿਉਂ ਚੱਲੀ? ਧਰਨਾ ਲੱਗਾ ਸੀ ਜੀ। ਧਰਨਾ ਕਿਉਂ ਲੱਗਾ ਸੀ? ਗੁਰੂ ਮਹਾਰਾਜ ਦੀ ਬੇਅਦਬੀ ਹੋਈ ਸੀ ਜੀ। ਗੁਰੂ ਮਹਾਰਾਜ ਦੀ ਬੇਅਦਬੀ ਕਿਉਂ ਮਤਲਬ ਕਿਹਨੇ ਕੀਤੀ ਸੀ? ਉਹਨੇ ਕੀਤੀ ਸੀ ਜਿਹੜਾ ਇੱਕ ਗਾਣਾ ਬੋਲਦਾ ਮੈਂ ਉਹਨੂੰ ਸੁਣਿਆ ਸੀ ਇੱਕ ਮਤਲਬ ਉਹ ਸਾਧ ਕਹਿਣ ਨੂੰ ਤੇ ਉਹਨੂੰ ਜੀ ਨਹੀਂ ਕਰਦਾ ਉਹ ਪਤਾ ਨਹੀਂ ਕੀ ਸੀਗਾ ਉਹ ਵੈਸੇ ਉਹ ਤਾਂ ਉਹਦੀ ਉਹਨੂੰ ਹੁਣ ਮੈਂ ਉਹ ਜਿਹੜੇ ਅਪਸ਼ਬਦ ਕੋਈ ਬੋਲਣਾ ਨਹੀਂ ਚਾਹ ਰਿਹਾ। ਉਹਦਾ ਇੱਕ ਗਾਣਾ ਸੀਗਾ ਉਹ ਇੱਕ ਫਿਲਮ ਜੇ 'ਚ ਆਪਣੀਆਂ ਬਣਾਈਆਂ ਉਹਨੇ ਗਾਣਾ ਕਹਿੰਦਾ ਕੱਟਾ ਕਿੱਲੇ ਦੇ ਸਿਰ ਤੇ ਤੀਂਗੜ ਦਾ। ਹਾਂਜੀ ਉਹ ਬੜਾ ਉੱਚੀ ਬੜਾ ਸਟਾਈਲ ਜੇ ਨਾਲ ਬੋਲਦਾ ਸੀ। ਉਹ ਕੱਟਾ ਕਿਹੜੇ ਕਿੱਲੇ ਤੇ ਤੀਂਗੜ ਦਾ ਸੀ ਕਿਉਂਕਿ ਉਹਨੇ ਜਦੋਂ ਉਹਨੇ ਆਪਣਾ ਸਵਾਂਗ ਕੀਤਾ ਆਪਣੇ ਦਸਮ ਪਾਤਸ਼ਾਹ ਵਾਲਾ ਗੁਰੂ ਸਾਹਿਬ ਦਾ ਉਹਨਾਂ ਨੇ ਉੱਦਾਂ ਦੀ ਪੋਸ਼ਾਕ ਪਾ ਕੇ ਉੱਤੇ ਇੱਕ ਪਰਚਾ ਦਰਜ ਹੋਇਆ ਜੀ ਬਠਿੰਡੇ 'ਚ। ਉੱਤੇ ਕਿਉਂ ਨਹੀਂ ਕਾਰਵਾਈ ਹੋਈ? ਉਹਦੇ ਲਈ ਕੌਣ ਉਦੋਂ ਇਹ ਜਿਹੜੀ ਰਾਜਨੀਤਿਕ ਪਾਰਟੀ ਦੇ ਵਿੱਚ ਨੇ ਉਹ ਪਾਰਟੀ ਉਸ ਸਰਕਾਰ ਦੀ ਭਾਈਵਾਲ ਸੀਗੀ। ਕਿਉਂ ਨਹੀਂ ਕਾਰਵਾਈ ਹੋਈ? ਅਤੇ ਉਸ ਕੱਟੇ ਦਾ ਜਿਹੜਾ ਤੀਂਗੜਨ ਵਾਲਾ ਕੰਮ ਹੈ ਉਹ ਇੰਨਾ ਕੁ ਵੱਧ ਗਿਆ ਵੀ ਉਹਦੇ ਮਤਲਬ ਜਿਹੜੇ 4 ਟੁਕੜਬੋਚਾਂ ਨੇ ਉਹਦਿਆਂ ਨੇ ਸਾਡਾ ਜਿੰਦ ਜਾਨ ਸਿੱਖਾਂ ਦੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ। ਇਹ ਸਾਰੀ ਕੜੀ ਜਾ ਕਿੱਥੇ ਰਹੀ ਆ? ਔਰ ਉਸ ਬੰਦੇ ਨੂੰ ਮੁੜ ਕੇ ਮਾਫ਼ ਕੀਤਾ ਜਾਂਦਾ ਜੀ। ਤੁਸੀਂ ਇਹ ਦੇਖੋ ਨਾ ਕੀ ਕੀਤਾ ਜੀ ਸਾਹਿਬ ਨੇ ਗਲਤ ਕੀ ਕੀਤਾ ਜੀ ਸਾਰਾ ਕੁਛ ਕੱਢ ਕੇ ਸਾਹਮਣੇ ਲਿਆਂਦਾ ਅਤੇ ਉਸ ਬੰਦੇ ਉਹਨਾਂ ਕੜੀ ਨਾਲ ਕੜੀ ਜੋੜੀ ਹੈ ਜੀ। ਕਿੱਥੋਂ ਤੁਰੇ? ਗੋਲੀ ਤੋਂ ਤੁਰੇ ਨਾ ਜੀ। ਗੋਲੀ ਕਿਉਂ ਚੱਲੀ? ਧਰਨਾ ਲੱਗਾ। ਧਰਨਾ ਕਿਉਂ ਲੱਗਾ? ਮਹਾਰਾਜ ਦੀ ਬੇਅਦਬੀ ਹੋਈ। ਮਹਾਰਾਜ ਦੀ ਬੇਅਦਬੀ ਕਿਉਂ ਹੋਈ? ਕਿਉਂਕਿ ਉਸ ਬੰਦੇ ਦੀ ਇੰਨੀ ਕੁ ਦਿਲਵਦੀ ਹੋ ਚੁੱਕੀ ਸੀਗੀ ਵੀ ਉਸ ਬੰਦੇ ਨੇ ਮਤਲਬ ਉਹਦੇ ਜਿਹੜੇ ਟੁਕੜਬੋਜ਼ ਸੀ ਉਹਨਾਂ ਨੇ ਉਹ ਕੀਤਾ। ਔਰ ਵੇਖੋ ਉਸ ਤੋਂ ਬਾਅਦ ਉਹ ਸਾਰਾ ਕੁਛ ਉਹਨੂੰ ਉਸ ਮੁਕੱਦਮੇ 'ਚ ਕੋਈ ਕਾਰਵਾਈ ਨਹੀਂ ਹੋਈ ਜੀ ਉਸ ਮੁਕੱਦਮੇ 'ਚ। ਕਿਉਂਕਿ ਗੱਲ ਉਹਦਾ ਕਿਉਂ ਨਹੀਂ ਰੌਲਾ ਪਾਉਂਦੇ ਜੀ ਇਹ ਅੱਜ ਜਿਹੜੇ ਆ ਸਰਦਾਰ ਇਕਬਾਲ ਸਿੰਘ ਲਾਲਪੁਰਾ ਨੇ ਕਿਉਂ ਨਹੀਂ ਉਹਦੇ ਬਾਰੇ ਗੱਲ ਕਰਦੇ ਕਿ ਅੱਜ ਦੇ ਵਿੱਚ ਇੱਕ ਬੰਦੇ ਨੇ ਕੋਈ ਕੰਮ ਕੀਤਾ ਸੀ ਉੱਤੇ ਤਾਂ ਕਿੰਤੂ ਪਰੰਤੂ ਸ਼ੁਰੂ ਕਰਤਾ ਵੀ ਉਹਨੇ ਆਹ ਨਹੀਂ ਕੀਤਾ ਉਹਨੇ ਆਹ ਨਹੀਂ ਕੀਤਾ ਉਹਨੇ ਆਹ ਨਹੀਂ ਕੀਤਾ। ਕੀ ਗੱਲ ਤੁਸੀਂ ਪਹਿਲੀਆਂ ਜਦੋਂ ਸਾਰੇ ਕੁਛ ਤੁਹਾਡੇ ਸਰਕਾਰਾਂ ਦੇ ਵਿੱਚ ਭਾਈਵਾਲੀ ਸੀ ਉਦੋਂ ਕਿਉਂ ਨਹੀਂ ਹੋਇਆ ਸਾਰਾ ਕੁਛ ਉਹ? ਅਤੇ ਉਹਦੇ ਬਾਰੇ ਗੱਲ ਕਿਉਂ ਨਹੀਂ ਹੋ ਰਹੀ? ਉਹਨਾਂ ਨੇ ਸਾਰਾ ਨਿਚੋੜ ਕੱਢ ਕੇ ਲਿਆਂਦਾ ਔਰ ਉਹਨੂੰ ਸਾਰੀ ਕੜੀ ਨਾਲ ਕੜੀ ਜੋੜੀ ਵੀ ਅਕਸ਼ੇ ਕੁਮਾਰ ਦਾ ਕਹਿੰਦੇ ਜੀ ਉਹਦਾ ਕਿੱਦਾਂ ਨਾਂ ਆ ਗਿਆ ਜੀ ਫਲਾਂ। ਉਹਨਾਂ ਨੇ ਦੱਸਿਆ ਵੀ ਉਹਨਾਂ ਨੇ ਫਿਲਮ ਰਿਲੀਜ਼ ਕਰਾਉਣੀ ਸੀਗੀ। ਫਿਲਮ ਰਿਲੀਜ਼ ਕਰਾਉਣ ਕਰਕੇ ਉਹਨਾਂ ਨੇ ਸਾਰੀ ਸਟੋਰੀ ਸਾਹਮਣੇ ਲਿਆਤੀ। ਹੋ ਸਕਦਾ ਮੈਂ ਤਾਂ ਉਹ ਚਲਾਨ ਦੇਖਿਆ ਨਹੀਂ ਅਜੇ ਤੱਕ। ਜੇ ਉਹਨਾਂ ਨੇ ਸਟੋਰੀ ਸਾਹਮਣੇ ਲਿਆਂਦੀ ਆ ਤਾਂ ਉਹਦੇ ਪ੍ਰੂਫ ਵੀ ਸਾਹਮਣੇ ਲਿਆਂਦੇ ਹੋਣਗੇ। ਅਤੇ ਪ੍ਰੂਫ ਜਿਹੜੇ ਆ ਉਹ ਸਾਡਾ ਪ੍ਰੋਸੀਜਰ ਕੀ ਆ ਜੀ ਅਦਾਲਤ ਵਿੱਚ ਉਹਨਾਂ ਨੇ ਦੇ ਦਿੱਤੇ। ਬਣਦਾ ਤਾਂ ਇਹ ਸੀਗਾ ਵੀ ਕੋਰਟ ਦੇ ਵਿੱਚ ਚਾਰਜ ਲੱਗਦਾ, ਚਾਰਜ ਤੋਂ ਬਾਅਦ ਟਰਾਇਲ ਹੁੰਦਾ, ਟਰਾਇਲ ਤੋਂ ਬਾਅਦ ਜੇ ਵਾਕਈ ਕਿਸੇ ਖਿਲਾਫ ਕੋਈ ਸਬੂਤ ਹੈ ਨਹੀਂ ਗੇ ਤਾਂ ਉਹਨੇ ਬਰੀ ਹੋਣਾ ਸੀਗਾ। ਠੀਕ ਹੈ ਨਾ? ਉਸ ਤੋਂ ਪਹਿਲਾਂ ਹੀ ਜਿਹੜਾ ਆ ਸਾਰਾ ਕੁਛ ਉਹਨੂੰ ਡਿਸਮਿਸ ਕਰ ਦਿੱਤਾ ਗਿਆ। ਮੈਂ ਇੱਦਾਂ ਕਦੀ ਹੁੰਦਿਆਂ ਦੇਖਿਆ ਨਹੀਂ। ਔਰ ਸੁਪਰੀਮ ਕੋਰਟ ਦੀਆਂ ਵੀ ਆਪਣੇ ਉੱਥੇ ਅਥਾਰਟੀਜ਼ ਹੈਗੀਆਂ ਨੇ ਵੀ ਜਿਹਦੇ ਵਿੱਚ ਜਿਹੜੀ ਆ ਉਹ ਕੋਈ ਵੀ ਜਿੰਨਾ ਦੇਰ ਤੱਕ ਇਨਵੈਸਟੀਗੇਸ਼ਨ ਹੈ ਨਾ ਇਨਵੈਸਟੀਗੇਸ਼ਨ 'ਚ ਕੋਈ ਦਖਲਅੰਦਾਜ਼ੀ ਨਹੀਂ ਕੀਤੀ ਜਾ ਸਕਦੀ। ਮੈਨੂੰ ਜਿੰਨਾ ਕੁ ਪਤਾ ਹੈ ਜਿਵੇਂ ਹੁਣ ਆਪਾਂ ਨੂੰ ਪਤਾ ਲੱਗਿਆ ਹੈਗਾ ਵੀ ਇਹ ਆਪਣੇ ਜਿਹੜੇ ਪ੍ਰੋਫੈਸ਼ਨਲ ਵਕੀਲ ਬਣਦੇ ਉਹਦੇ ਵਿੱਚ ਜਾ ਰਹੇ ਬਾਰ ਕੌਂਸਲ ਦੀ ਇਹਨਾਂ ਨੇ ਮੈਂਬਰਸ਼ਿਪ ਵੀ ਲੈ ਲਈ। ਕੁੰਵਰ ਵਿਜੇ ਪ੍ਰਤਾਪ ਜੀ ਨੇ ਹੁਣ ਇਹ ਕਹਿੰਦੇ ਆ ਵੀ ਮੈਂ ਕੇਸ ਲੜਿਆ ਕਰਨੇ। ਕੀ ਜਿਹੜੀ ਉਹ ਸਿੱਟ ਸੀ ਉਹਦਾ ਕੁਝ ਬਣ ਸਕਦਾ? ਨਹੀਂ ਮੈਨੂੰ ਇਹਦੇ ਬਾਰੇ ਨਹੀਂ ਪਤਾ। ਜਿਹੜਾ ਉਹ ਤਾਂ ਇਸ ਚੀਜ਼ 'ਚੋਂ ਹੁਣ ਆਪਣੇ ਆਪ ਨੂੰ ਰਿਜ਼ਾਈਨ ਹੀ ਕਰਕੇ ਜੀ ਹੈ ਨਾ। ਇੱਕ ਬੰਦਾ ਇੱਦਾਂ ਛੇਤੀ ਨਾ ਮਤਲਬ ਜੇ ਉਹਦੇ 'ਚ ਥੋੜ੍ਹਾ ਬਹੁਤ ਵੀ ਉਹਨਾਂ 'ਚ ਕਿਤੇ ਨਾ ਕਿਤੇ ਕਣ ਹੈਗਾ ਅਤੇ ਉਹ ਵੇਖੋ ਜੀ ਉਹ ਮਤਲਬ ਰਿਜ਼ਾਈਨ ਕਰਕੇ। ਨਹੀਂ ਤਾਂ ਇੱਥੇ ਕਈ ਬੰਦੇ ਕਈ ਕੁਛ ਇਹ ਸਰਦਾਰ ਇਕਬਾਲ ਸਿੰਘ ਹੋਣਾ ਨੇ ਸਾਰੀ ਉਮਰ ਮਤਲਬ ਇਹ SHO ਤੋਂ ਲੈ ਕੇ SSP ਤੱਕ ਰਹੇ ਨੇ। ਸਾਰੀ ਉਮਰ ਕਈ ਮੁਕੱਦਮੇ ਇਹਨਾਂ ਦੇ ਨਹੀਂ ਸਟੈਂਡ ਕੀਤੇ ਹੋਣਗੇ। ਇਹ ਥੋੜ੍ਹਾ ਮੈਂ 18 ਸਾਲ ਮੈਂ ਜੋਬ ਕਰਕੇ ਮੈਂ ਛੱਡ ਕੇ ਆ ਗਿਆ। ਮੈਨੂੰ ਪਤਾ ਮੈਂ ਉਹ ਸਿਸਟਮ 'ਚ ਨਹੀਂ ਮਤਲਬ ਮੈਨੂੰ ਲੱਗ ਰਿਹਾ ਸੀਗਾ ਵੀ ਸਿਸਟਮ ਠੀਕ ਨਹੀਂ ਹੈਗਾ ਅਤੇ ਮੈਂ ਛੱਡਤਾ ਨਾ।
ਤੇ ਜੇ ਮੈਂ 18 ਸਾਲ ਜੌਬ ਕੀਤੀ ਆ ਤੇ ਉਹਦੇ ਵਿੱਚ ਕਈ ਮੁਕੱਦਮੇ ਜਿਹੜੇ ਆ ਉਹ ਸਟੈਂਡ ਕਰਦੇ ਆ, ਸਾਡੇ ਕਈ ਨਹੀਂ ਕਰਦੇ। ਇਹ ਤਾਂ ਇੱਕ ਸਾਡਾ ਕਰਮ ਆ ਨਾ ਜੀ, ਕਰਮ ਕਰੀ ਜਾਂਦੇ ਆ। ਤੁਸੀਂ ਮੇਨ ਜਿਹੜੀ ਇੰਟੈਂਸ਼ਨ ਹੈ ਬੰਦੇ ਦੀ ਉਹਨੂੰ ਹੀ ਤਾਰ ਕਰਦੇ ਹੋ ਤੁਸੀਂ, ਮਤਲਬ ਵੀ ਸਿਰਫ ਇੱਕ ਆਪਣੀ ਰਾਜਨੀਤੀ ਚਮਕਾਉਣ ਵਾਸਤੇ। ਇਹ ਤੁਹਾਨੂੰ ਕੋਈ ਨਹੀਂ ਕਰਨ ਦਊਗਾ। ਜੇ ਤੁਸੀਂ ਕਿਸੇ ਦੀ ਕਰੋਗੇ ਤਾਂ ਬਕਾਇਦਾ ਉਹ ਤਾਂ ਭਾਵੇਂ ਨਾਮ ਬੋਲਣ। ਮੈਨੂੰ ਲੱਗਦਾ ਵੀ ਮੈਂ ਇੱਕ ਜੇ ਵਾਕਈ ਮੈਂ ਕਿਤੇ ਮਾੜੀ ਮੋਟੀ ਕੋਈ ਇਨਸਾਨੀਅਤ ਮੇਰੇ 'ਚ ਹੈਗੀ ਆ ਤੇ ਮੈਨੂੰ ਫਿਰ ਦੱਸਣਾ ਪਊਗਾ ਵੀ ਤੁਸੀਂ ਕੀ ਕਰਦੇ ਰਹੇ ਹੋ। ਇਹ ਦੱਸੋ ਵੀ ਜੇ ਮੰਨਿਆ ਵੀ ਫਿਰ ਦੋਸ਼ੀ ਕਿਹਨੂੰ ਮੰਨਿਆ ਜਾਵੇ? ਹੁਣ ਤਾਂ ਹਾਈ ਕੋਰਟ ਨੇ ਵੀ ਕਹਿ ਦਿੱਤਾ ਵੀ ਅਕਾਲੀ ਤਾਂ ਨੈਚੁਰਲੀ ਵੀ ਉਹਨਾਂ 'ਤੇ ਹੀ ਆਉਂਦਾ ਸੀ, ਸਾਰਾ ਦੋਸ਼ ਉਹਨਾਂ 'ਤੇ ਮੰਨਦੇ ਸੀ, ਉਹ ਬੇਦੋਸ਼ੇ ਹੋ ਗਏ ਆ। ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਆ, ਉਸ ਵੇਲੇ ਦੀ ਸਮੇਂ ਦੀ ਸਰਕਾਰ ਹੈ ਉਹ ਕੁਛ ਨਹੀਂ ਕਰ ਸਕੀ। ਅੱਜ ਦੀ ਸਮੇਂ ਦੀ ਸਰਕਾਰ ਜਿਹੜੀ ਹੈ ਉਹ ਵੀ ਕਹਿੰਦੀ ਸੀ ਅਸੀਂ ਦੋਸ਼ੀ ਬਹੁਤ ਜਲਦੀ ਅੰਦਰ ਕਰਾਂਗੇ। ਬੇਸ਼ੱਕ ਇਹਨਾਂ ਦੇ ਜਿਹੜੇ ਮੰਤਰੀ ਜਾਂ ਫਿਰ ਇਹਨਾਂ ਦੇ ਜਿਹੜੇ ਨਾਲ ਜੁੜੇ ਹੋਏ ਲੀਡਰ ਨੇ ਉਹ ਵੀ ਬਹੁਤ ਦਾਅਵੇ ਕਰਦੇ ਰਹੇ, ਪਰ ਅਜੇ ਤੱਕ ਹੋਇਆ ਕੁਝ ਨਹੀਂ ਹੈ। ਉਮੀਦ ਰੱਖਦੇ ਵੀ ਕੁਛ ਹੋਏ? ਦੋਸ਼ੀਆਂ ਦੀ ਗੱਲ ਤੇ ਮੈਂ ਸਿਰਫ ਇੱਕ ਤੁਹਾਨੂੰ ਛੋਟੀ ਜਿਹੀ ਗੱਲ ਦੱਸ ਦਿੰਦਾ ਜੀ। ਦੋਸ਼ੀ ਜਿਹੜਾ ਸਿਸਟਮ ਨੇ ਬਣਾਉਣੇ ਆ, ਜਿੰਨੇ ਵੀ ਜੋ ਵੀ ਕਰਨਾ, ਅਦਾਲਤਾਂ ਨੇ ਕਾਰਵਾਈ ਕਰਨੀ ਆ, ਪੁਲਿਸ ਨੇ ਚਲਾਨ ਦੇਣਾ ਸੀਗਾ, ਅਦਾਲਤਾਂ ਨੇ ਕਾਰਵਾਈ ਕਰਨੀ। ਉਹਦੇ ਵਿੱਚ ਸਰਕਾਰਾਂ ਕੌਣ ਕਿਹਦੇ ਨਾਲ ਮਿਲਿਆ ਉਹਨਾਂ ਦੇ ਇੰਨੀਆਂ ਟਿੱਪਣੀਆਂ ਨਹੀਂ ਕੀਤੀਆਂ ਜਾ ਸਕਦੀਆਂ। ਪਰ ਮੈਂ ਇੱਕ ਤੁਹਾਨੂੰ ਛੋਟੀ ਜਿਹੀ ਗੱਲ ਐਗਜ਼ਾਮਪਲ ਦੇਣ ਲੱਗਾ, ਆਪਣੀ ਪਰਸਨਲ ਨਿੱਜੀ ਮੇਰੀ ਹੈਗੀ ਹੈ। ਮੈਂ ਇਹ ਗੱਲ 2012 ਦੇ ਲਾਗੇ ਚਾਗੇ ਦੀ ਆ। ਮੈਂ SHO ਚੱਬੇਵਾਲ ਸੀਗਾ ਉੱਥੇ ਹੁਸ਼ਿਆਰਪੁਰ 'ਚ, ਅਤੇ ਉਸ ਵੇਲੇ ਸ਼੍ਰੀ ਰਾਜੋਆਣਾ ਸਾਹਿਬ ਦੀ ਫਾਂਸੀ ਨੂੰ ਲੈ ਕੇ ਇੱਕ ਐਜੀਟੇਸ਼ਨ ਚੱਲੀ ਸੀ। ਉਸ ਐਜੀਟੇਸ਼ਨ ਦੇ ਦੌਰਾਨ ਮੈਂ ਬਾਹਰ ਸੜਕ 'ਤੇ ਐਜੀਟੇਸ਼ਨ ਕਰ ਰਹੇ ਲੋਕਾਂ ਨੂੰ ਇੱਕ ਅਪੀਲ ਕੀਤੀ ਵੀ ਤੁਸੀਂ ਨਾ ਅੱਜ ਮਤਲਬ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵੀ ਆਪਾਂ ਨੂੰ ਕੌਮ ਨੂੰ ਅਪੀਲ ਕੀਤੀ ਹੈ ਵੀ ਸੜਕਾਂ ਨਾ ਰੋਕੋ ਅਤੇ ਸਾਈਡਾਂ 'ਤੇ ਹੋ ਕੇ ਅਤੇ ਵਾਹਿਗੁਰੂ ਦਾ ਜਾਪ ਕਰੋ। ਅਤੇ ਉਦੋਂ ਹੀ ਅੱਗੋਂ ਇੱਕ ਬੰਦੇ ਨੇ ਇੱਡਾ ਕੁ ਅਪਸ਼ਬਦ ਬੋਲਿਆ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਾਰੇ। ਇਹ ਹੁਣ ਤੁਸੀਂ ਇਹ ਵੇਖ ਲਓ ਵੀ ਉਹਨਾਂ ਕੋਲ ਮਾਫੀਆਂ ਦਵਾ ਕੇ ਅਤੇ ਉਹਨਾਂ ਨੇ ਕਿੱਥੋਂ ਤੱਕ ਕਿਹੜੇ ਬੰਦੇ ਸੀ ਉਹ ਉਸ ਚੀਜ਼ ਲਈ ਜ਼ਿੰਮੇਵਾਰ, ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪੋਜੀਸ਼ਨ ਨੂੰ ਵੀ ਇੱਦਾਂ ਦੀ ਬਣਾ ਤਾ। ਹਾਂ, ਗਲਤੀ ਉਹਨਾਂ ਦੀ ਵੀ ਆ, ਉਹਨਾਂ ਨੂੰ ਵੀ ਅੜਨਾ ਚਾਹੀਦਾ ਸੀ ਵੀ ਮੈਂ ਇਹ ਨਹੀਂ ਕਰਨਾ, ਪਰ ਇਹ ਕਰਾਇਆ ਕਿਹਨੇ? ਹੁਣ ਜਿਨ੍ਹਾਂ ਨੇ ਉਹ ਕੁਛ ਕਰਾਇਆ ਆ, ਇਹ ਤਾਂ ਕਿਸੇ ਤੋਂ ਲੁਕਿਆ ਛਿਪਿਆ ਹੈ ਨਹੀਂ ਗਾ। ਅਤੇ ਫਿਰ ਤੁਸੀਂ ਇਹ ਦੇਖ ਲਓ ਵੀ ਸਾਰਾ ਕੁਛ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਹੜੀ ਕੜੀ 'ਚ ਜੁੜਦੀ ਹੈ ਅਤੇ ਕੌਣ ਜ਼ਿੰਮੇਵਾਰ ਹੈ। ਇਹਦੇ ਬਾਰੇ ਹੁਣ ਬਹੁਤਾ ਕਹਿਣਾ ਤਾਂ ਮੇਰਾ ਬੜਾ ਇੰਨਾ ਕੁ ਮੈਂ ਤੁਹਾਨੂੰ ਦੱਸਦਾ ਵੀ ਜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪੋਜੀਸ਼ਨ ਇਹੋ ਜਿਹੀ ਕਰਤੀ ਵੀ ਜਿੱਥੇ ਸ਼ਰੇਆਮ ਪ੍ਰੈਸ ਵੀ ਖੜੀ ਹੈ ਅਤੇ ਉੱਥੇ ਆਪਣੇ ਹੀ ਸਿੱਖ ਜਿਹੜੇ ਆ ਉਹਨਾਂ ਲਈ ਅਪਸ਼ਬਦ ਬੋਲ ਦਿੰਦੇ ਆ ਬੜੀ ਨੋਰਮਲ ਤਰੀਕੇ ਨਾਲ, ਔਰ ਬੜਾ ਘਟੀਆ ਲਫ਼ਜ਼ ਯੂਜ਼ ਕਰ ਦਿੰਦੇ ਆ, ਅਤੇ ਫਿਰ ਉਹਦੇ ਲਈ ਜਿਹੜੇ ਬੰਦੇ ਉਹਦੇ ਲਈ ਜ਼ਿੰਮੇਵਾਰ ਆ ਉਹ ਗੁਰੂ ਗ੍ਰੰਥ ਸਾਹਿਬ ਦੀ ਜ਼ਿੰਮੇਵਾਰ ਹੈ। ਲਾਸਟ ਸਵਾਲ, ਤੁਸੀਂ ਮੰਨ ਸਕਦੇ ਹੋ ਵੀ ਜਿਹੜੀ ਹੁਣ ਇੱਕ ਹੋਰ ਸਿੱਟ ਬਣਨ ਜਾ ਰਹੀ ਹੈ, ਉਹ ਸਿੱਟ ਦੇ ਵਿੱਚ ਤਾਂ ਸਪੈਸ਼ਲੀ ਕਹਿ ਦਿੱਤਾ ਗਿਆ ਵੀ ਕੁੰਵਰ ਵਿਜੇ ਪ੍ਰਤਾਪ ਨਹੀਂ ਰੱਖ ਸਕਦੇ ਤੁਸੀਂ, ਹੁਣ ਜਿਹੜੀ ਆਉਣ ਵਾਲੀ ਸਿੱਟ ਹੈ ਉਹਦਾ ਕੁਛ ਬਣ ਸਕਦਾ, ਉਹਦੇ ਤੋਂ ਕੋਈ ਉਮੀਦ ਰੱਖਦੇ ਹੋ? ਮੈਂ ਜੀ ਹਾਈ ਕੋਰਟ ਦੇ ਫੈਸਲੇ 'ਤੇ ਜਿਹੜਾ ਉਹ ਵੀ ਫੈਸਲਾ ਆਇਆ, ਮੈਂ ਉੱਤੇ ਕੋਈ ਮੇਰਾ ਨਹੀਂ, ਮੈਂ ਤਾਂ ਸਿਸਟਮ 'ਚ ਨਹੀਂ ਆ ਹੁਣ, ਮੈਂ ਨਾ ਮੈਨੂੰ ਮੇਰਾ ਨਹੀਂ ਖਿਆਲ ਟਿੱਪਣੀ ਕਰਨੀ ਚਾਹੀਦੀ। ਪਰ ਜੇ ਮੈਂ ਥੋੜ੍ਹੀ ਜਿਹੀ ਇਸ ਗੱਲ 'ਤੇ ਲਿਆਵਾਂ ਵੀ ਇੱਕ ਕੋਰਟ ਜਿਹੜੀ ਆ, ਐਡੀ ਮਾਣਯੋਗ ਅਦਾਲਤ ਜਿਹੜੀ ਆ, ਉਹ ਅੱਜ ਪਹਿਲਾਂ ਹੀ ਉਹਨਾਂ ਨੂੰ ਤਾਂ ਇੱਕ ਕਲੀਨ ਚਿੱਟ ਵੀ ਦੇ ਰਹੀ ਹੈ ਉਹਦੇ ਵਿੱਚ, ਜਿਹੜੀ ਮੰਗੀ ਨਹੀਂ ਗਈ ਸੀਗੀ। ਫਿਰ ਦੂਜੀ ਸਿੱਟ ਹੁਣ ਕੀ ਕਰੂਗੀ ਜੀ ਆਣ ਕੇ ਵੀ ਜਦੋਂ ਹਾਈ ਕੋਰਟ ਉਹ ਕਲੀਨ ਚਿੱਟ ਦੇ ਪਾਣੀ 'ਚ ਮਧਾਣੀ ਹੈ ਜੀ, ਮਧਾਣੀ ਹੈ ਜੀ, ਰਿੜਕੀ ਜਾਓ, ਨਹੀਂ ਨਿਕਲਣਾ ਕੁਛ ਨਹੀਂ ਨਿਕਲੇਗਾ। 84 ਦਾ ਸਾਡੇ 'ਤੇ ਐਡਾ ਵਰਤਾਰਾ ਵਰਤਿਆ, ਉਹਦਾ ਕੋਈ ਸਾਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ। ਹੁਣ ਸਿੱਖਾਂ ਨੂੰ ਇਹ ਗੱਲ ਮੰਨ ਲੈਣੀ ਚਾਹੀਦੀ ਹੈ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਬੇਅਦਬੀ ਹੋਈ ਹੈ ਉਹ ਤੋਂ ਤੁਹਾਨੂੰ ਇਨਸਾਫ ਦੀ ਕੋਈ ਉਮੀਦ ਨਾ ਰੱਖੇ। ਮੈਨੂੰ ਨਹੀਂ ਪਤਾ ਵੀ ਤੁਹਾਨੂੰ ਕਿੰਨਾ ਚਿਰ ਹੋ ਗਿਆ ਇੱਥੇ ਅਮਰੀਕਾ 'ਚ ਰਹਿੰਦਿਆਂ ਨੂੰ। ਇੱਕ ਤੁਹਾਡੇ ਮੈਂ ਸਿਰਫ ਸਿੰਪਲ ਇੱਕ ਛੋਟੀ ਜਿਹੀ ਜਦੋਂ ਇਨਸਾਫ ਦੇਣਾ ਨਾ, ਜਿਹੜੇ ਸਿਸਟਮ ਨੇ, ਜਾਰਜ ਫਲਾਇਡ ਦਾ ਇੱਕ ਇੰਸੀਡੈਂਟ ਹੋਇਆ ਇਲੀਨਾਇਸ ਦੇ ਵਿੱਚ ਜੀ, ਬਿਲਕੁਲ ਕਿੰਨੇ ਚਿਰ 'ਚ ਫੈਸਲਾ ਹੋ ਗਿਆ? ਤੁਸੀਂ ਆਪ ਦੱਸ ਦਿਓ ਜੀ ਕਿੰਨੇ ਸਾਲ ਦੇ ਵਿੱਚ ਉਹਨੂੰ ਅੱਜ ਤੱਕ ਦਾ ਸਭ ਤੋਂ ਵੱਡਾ ਮਤਲਬ ਜਿਹੜਾ ਪੇ ਹੋਇਆ ਉਹਨੂੰ, ਉਸ ਬੰਦੇ ਨੂੰ ਜਿਹੜਾ ਮਰਨ ਵਾਲਾ ਦੀ ਫੈਮਿਲੀ ਆ ਨਾ, ਅੱਜ ਤੱਕ ਜੇ ਕਿਸੇ ਨੂੰ ਸਿਟੀ ਨੂੰ ਕੋਈ ਉਹ ਪੇ ਕੀਤਾ ਨਾ ਜੀ, ਸੂ ਕੀਤਾ ਮਤਲਬ, ਅਤੇ ਸੂ ਕਰਨ ਤੋਂ ਬਾਅਦ ਜਿਹੜਾ ਉਹਨਾਂ ਨੂੰ ਪੇ ਕਰਨਾ ਪਿਆ, ਸਭ ਤੋਂ ਵੱਡਾ ਪੇ ਆਊਟ ਆ ਜੀ ਜਿਹੜਾ ਜਾਰਜ ਫਲਾਇਡ ਦੀ ਫੈਮਿਲੀ ਨੂੰ ਹੋਇਆ। ਔਰ ਉਹ ਬੰਦਾ ਸਾਰੇ ਹੀ ਜਿੰਨੇ ਦੋਸ਼ ਸੀਗੇ ਸਾਰਿਆਂ 'ਚ ਦੋਸ਼ੀ ਕਰਾਰ ਦੇ ਕੇ ਅੰਦਰ ਦੇ ਦਿੱਤਾ, ਔਰ ਮੇਰੇ ਖਿਆਲ ਲੱਗਦੇ ਥੋੜ੍ਹੇ ਦਿਨਾਂ ਤੱਕ ਉਹਦਾ 60 ਦਿਨ ਆ ਉਹਦਾ ਕੋਲ ਵੀ ਜੇ ਉਹ ਅਪੀਲ ਕਰਨਾ ਚਾਹੁੰਦਾ, ਨਹੀਂ ਤਾਂ 60 ਦਿਨ ਬਾਅਦ ਉਹਨੂੰ ਉਹਦੀ ਸਜ਼ਾ ਘੋਸ਼ਿਤ ਕਰ ਦਿੱਤੀ ਜਾਣੀ। ਔਰ ਸਜ਼ਾ ਮੇਰੇ ਖਿਆਲ ਉਹ ਸਾਰੀ ਉਮਰ ਜਿੰਨੀ ਚਿਰ ਉਹਨੇ ਜੀਣਾ ਉਹਨੇ ਬਾਹਰ ਨਹੀਂ ਆਉਣਾ। ਇੱਕ ਕਤਲ ਹੋਇਆ ਸੀ, ਇੱਕ ਕਤਲ ਹੋਇਆ, ਔਰ ਮਤਲਬ ਤੁਸੀਂ ਅੱਜ ਮੇਰੇ ਖਿਆਲ ਮੇਰਾ ਨਹੀਂ ਖਿਆਲ ਵੀ 6 ਮਹੀਨੇ ਹੋਏ ਹੋਣਗੇ ਇਸ ਗੱਲ ਨੂੰ। ਸਾਡੇ ਤੋਂ ਉੱਥੇ 6 ਮਹੀਨਿਆਂ ਦੇ ਵਿੱਚ ਸਜ਼ਾ ਹੋ ਚੁੱਕਾ ਹੈ ਜੀ ਬੰਦਾ, ਉਹ ਗਿਲਟੀ ਸਾਬਤ ਕਰਤਾ ਕੋਰਟ ਨੇ, ਅਤੇ ਸਾਡੇ ਤੇ ਪਤਾ ਨਹੀਂ ਕਿੰਨੇ ਸਾਲ ਲੰਘੇ ਜੀ। 2015 ਦੇ ਵਿੱਚ ਬੇਅਦਬੀ ਹੋਈ ਆ, 6 ਸਾਲ ਹੋ ਗਏ ਸਾਡੇ ਤੇ, ਅਜੇ ਤੱਕ ਸਾਨੂੰ ਇਨਸਾਫ ਤੇ ਕਿਤੇ ਦੂਰ ਦੀ ਗੱਲ ਹੈ ਜੀ। ਸਾਰੇ ਮੈਂ ਨਾ ਅਸੀਂ ਮੈਂ ਕਿਸੇ ਨੂੰ, ਮੇਰੀ ਕਿਹੜੇ ਕਿਸੇ ਨਾਲ ਪਰਸਨਲ ਹੈ ਜੀ, ਮੈਂ ਕਿਸੇ ਨੂੰ ਦੋਸ਼ੀ ਨਹੀਂ ਬਣਾਉਣਾ ਚਾਹੁੰਦਾ, ਪਰ ਮੈਨੂੰ ਇੱਕ ਗੱਲ ਦੱਸੋ ਯਾਰ, ਕੋਈ ਤਾਂ ਦੱਸ ਦਿਓ ਵੀ ਦੋਸ਼ੀ ਹੈ ਕੌਣ? ਫਿਰ ਇਹ ਤਾਂ ਦੱਸ ਦਿਓ ਸਾਨੂੰ। ਅੱਜ ਮੈਂ ਇਹਨਾਂ ਦੀ ਇੰਟਰਵਿਊ ਦੇ ਵਿੱਚ ਹੀ ਵੇਖਿਆ ਵੀ ਇਹਨਾਂ ਜੀ ਉਹ ਪਹਿਲੀ ਸਰਕਾਰ ਨੇ ਵੀ ਕੁਛ ਨਹੀਂ ਕੀਤਾ, ਇਹ ਸਰਕਾਰ ਨੇ, ਇਹਨਾਂ ਦਾ ਟਿੱਪਣੀ ਹੈ ਇਸ ਇਕਬਾਲ ਸਿੰਘ ਲਾਲਪੁਰਾ ਹੋਣਾ ਦੀ, ਵੀ ਪਹਿਲੀ ਸਰਕਾਰ ਨੇ ਵੀ ਕੁਛ ਨਹੀਂ ਕੀਤਾ, ਡਰਾਮਾ ਕੀਤਾ, ਪਰ ਉਸ ਸਰਕਾਰ ਦੇ ਵਿੱਚ ਤੁਸੀਂ ਪਾਰਟ ਹੋ। ਬਿਲਕੁਲ
ਮੈਂ ਇਹ ਉਸ ਸਰਕਾਰ ਦੇ ਵਿੱਚ ਤੁਸੀਂ ਹਿੱਸਾ ਹੋ, ਜੀ ਫਿਰ ਤੁਸੀਂ ਆਪ ਖੁਦ ਕਹਿ ਰਹੇ ਹੋ ਨਾ ਵੀ ਡਰਾਮੇ ਕੀਤੇ ਤੁਸੀਂ। ਕੋਈ ਥੋੜ੍ਹਾ ਬਹੁਤਾ ਤੇ ਰੱਬ ਨੂੰ ਜਾਣੋ ਤੁਸੀਂ। ਯਾਰ ਗੁਰੂ ਮਹਾਰਾਜ ਦੀਆਂ ਉਦਾਹਰਨਾਂ ਦਿੰਦੇ ਜੇ, ਗੁਰੂ ਮਹਾਰਾਜ ਦੀਆਂ ਤੁਕਾਂ ਯੂਜ਼ ਕਰਦੇ ਜੇ, ਤੇ ਤੁਸੀਂ ਮਤਲਬ ਕਿਤੇ ਖੜੋ। ਆਫਟਰ ਆਲ ਕਿਤੇ ਤੁਹਾਨੂੰ ਖੜਨਾ ਪਊਗਾ, ਨਹੀਂ ਤੇ ਫਿਰ ਇਨਸਾਫ ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਵੀ ਹੋਣਾ ਨੇ ਵੀ ਕਿਹਾ ਵੀ ਉਹ ਕਿਤੇ ਗੁਰੂ ਮਹਾਰਾਜ ਕਰਨਗੇ ਆਪੇ। ਔਰ ਉਹਨਾਂ ਦਾ ਮੈਂ ਜਿੰਨਾ ਕੁ ਉਹਨਾਂ ਨੂੰ ਨਿੱਜੀ ਜਾਣਦਾ ਨਾ, ਮੈਂ ਜਦੋਂ ਇੱਥੇ ਆਉਣਾ ਸੀਗਾ, ਜਦੋਂ ਮੈਂ ਛੱਡ ਕੇ ਆ ਰਿਹਾ ਸੀ ਸਾਰਾ ਕੁਛ, ਮੇਰੀ ਉਦੋਂ ਵੀ ਇਸ ਟੌਪਿਕ 'ਤੇ ਗੱਲ ਹੋਈ ਸੀ। ਮੈਂ ਉਹਨਾਂ ਨੂੰ ਜਿੰਨਾ ਕੁ ਜਾਣਦਾ, ਉਹਨਾਂ ਦਾ ਇਸ ਚੀਜ਼ 'ਚ ਵੀ ਬੜਾ ਬਲੀਵ ਹੈ ਵੀ ਹਾਂ ਨਹੀਂ ਇੱਕ ਸ਼ਕਤੀ ਹੈਗੀ ਆ ਕੋਈ, ਮਤਲਬ ਜਿਹੜੀ ਐਗਜ਼ਾਮਪਲ ਦੇ ਦਿਓ ਫਿਰ। ਉਹ ਵੀ ਉਹਨਾਂ ਨੇ ਐਗਜ਼ਾਮਪਲ ਇਹੀ ਦਿੱਤੀ ਸੀ। ਮੈਂ ਉਦੋਂ ਨਿਰਾਸ਼ ਸੀਗਾ ਵੀ ਕੋਈ ਵੀ ਚੇਂਜ ਹੋ ਜੇ ਜੀ ਵੀ ਇਹਦੇ 'ਚ ਮਤਲਬ ਮੈਨੂੰ ਨਹੀਂ ਲੱਗਦਾ ਵੀ ਇੱਥੇ ਕੋਈ ਬਦਲਾਅ ਆ ਸਕਦਾ। ਉਹਨਾਂ ਨੇ ਕਿਹਾ ਸੀ ਵੀ ਨਹੀਂ ਇਹ ਨਹੀਂ ਹੁੰਦਾ, ਵੀ ਇੱਕ ਆਖਰੀ ਸ਼ਕਤੀ ਹੈ ਜਿਹੜੀ ਬਦਲਾਅ ਵੀ ਲਿਆਉਂਦੀ ਹੈ, ਸਭ ਕੁਛ ਕਰਦੀ ਹੈ। ਉਹਨਾਂ ਦਾ ਉਸ ਸ਼ਕਤੀ ਦੇ ਵਿੱਚ ਜਿਹਨੂੰ ਆਪਾਂ ਇੱਕ ਪਰਮਾਤਮਾ ਕਹਿੰਦੇ ਹਾਂ, ਉਸ ਸ਼ਕਤੀ ਦੇ ਵਿੱਚ ਅਥਾਹ ਵਿਸ਼ਵਾਸ ਹੈ ਉਹਨਾਂ ਦਾ। ਰਾਈਟ ਵੀ ਚਲੋ ਵੇਖੋ। ਸਵਾਲ ਜਾਂਦੇ ਹੋਰ ਆਮ ਕਰਕੇ ਕਈ ਲੋਕੀ ਇਹ ਗੱਲ ਸੋਚਦੇ ਆ ਵੀ ਕੁੰਵਰ ਵਿਜੇ ਪ੍ਰਤਾਪ ਜੀ ਵੀ ਕਿਸੇ ਨਾ ਕਿਸੇ ਇੱਕ ਰਾਜਨੀਤਿਕ ਪਾਰਟੀ ਦਾ ਹਿੱਸਾ ਹੋ ਸਕਦੇ ਆ, ਕਿਉਂਕਿ ਤੁਸੀਂ ਉਹਨਾਂ ਦੇ ਕਰੈਕਟਰ ਦੇ ਉੱਤੇ ਬਹੁਤ ਜ਼ਿਆਦਾ ਪੋਜ਼ਿਟਿਵ ਹੋ। ਤੁਸੀਂ ਮੰਨਦੇ ਹੋ ਵੀ ਕਿਹੜੀ ਪਾਰਟੀ ਵੱਲ ਜਾ ਰਹੇ ਆ? ਨਹੀਂ, ਮੈਂ ਇੱਦਾਂ ਦਾ ਨਹੀਂ ਮਤਲਬ ਇੱਦਾਂ ਦੀ ਮੈਨੂੰ ਕੋਈ ਧਿਆਨ ਨਹੀਂ ਹੋਊਗਾ ਵੀ ਉਹ ਮਤਲਬ ਜਾਂ ਮੈਂ ਕੋਈ ਟਿੱਪਣੀ ਕਰ ਸਕਾਂ ਵੀ ਉਹ ਕੋਈ ਖਾਸ, ਨਾ ਹੀ ਮੈਨੂੰ ਲੱਗਦਾ ਵੀ ਕਿਸੇ ਖਾਸ ਪਾਰਟੀ ਵੱਲ ਜਾ ਰਹੇ ਆ। ਬਟ ਕਈ ਵਾਰੀ ਇਹ ਜਦੋਂ ਚਰਚਾ ਹੁੰਦੀ ਹੈ ਜੀ ਵੀ ਉਹ ਰਾਜਨੀਤੀ 'ਚ ਆ ਸਕਦੇ, ਅਤੇ ਮੈਂ ਕਹਿੰਦਾ ਕਿਉਂ ਨਹੀਂ ਆਉਣਾ ਚਾਹੀਦਾ ਜੀ। ਜੇ ਇਮਾਨਦਾਰ ਬੰਦੇ ਨਹੀਂ ਆਉਣਗੇ ਤਾਂ ਫਿਰ ਕੌਣ ਆਊਗਾ ਜੀ? ਫਿਰ ਤਾਂ ਮਤਲਬ ਇਹ ਤਾਂ ਜਿਹੜੇ ਪਹਿਲਾਂ ਬੈਠੇ ਬੰਦੇ ਉਹ ਤਾਂ ਕਹੀ ਜਾਂਦੇ ਆ ਜੀ, ਮਤਲਬ ਵੀ ਹਾਂ ਇਹ ਮੈਦਾਨ ਜਿਹੜਾ ਖਾਲੀ ਰਹੇ ਸਾਡੇ ਵਾਸਤੇ, ਅਤੇ ਉਹ ਫਿਰ ਉਹ ਤਾਂ ਚਾਹੁੰਦੇ ਵੀ ਇਮਾਨਦਾਰ ਬੰਦੇ ਨਾ ਆਉਣ। ਪਰ ਮੈਂ ਇਹ ਚਾਹਾਂਗਾ ਜ਼ਰੂਰ, ਜੇ ਉਹਨਾਂ ਦਾ ਮੈਂ ਨਾ ਤਾਂ ਕੋਈ ਸੁਜੈਸ਼ਨ ਦਿੰਦਾ ਉਹਨਾਂ ਨੂੰ, ਨਾ ਕੋਈ ਉਹਨਾਂ ਨੂੰ, ਹਾਂ ਪਰ ਜੇ ਮੇਰੇ ਨਿੱਜੀ ਵਿਚਾਰ ਨੇ ਵੀ ਉਹ ਮਤਲਬ ਜੇ ਉਹ ਰਾਜਨੀਤੀ 'ਚ ਆਉਣਾ ਚਾਹੁਣ ਤੇ ਹਾਂ ਬਕਾਇਦਾ ਇਹ ਆ ਵੀ ਠੀਕ ਆ ਵੀ ਉਹ ਕਿਸੇ ਵੀ ਤਰ੍ਹਾਂ ਦਾ ਮਤਲਬ ਇੱਕ ਉਸ ਰਾਜਨੀਤੀ 'ਚ ਨਾ ਆਉਣ ਜਿਹੜੀ ਇਹ ਪਰੰਪਰਾਵਾਦੀ ਰਾਜਨੀਤੀ ਹੈ। ਜਿੱਦਾਂ ਉਹਨਾਂ ਨੇ ਇੱਕ ਨਵੇਕਲੇ ਪੁਲਿਸ ਅਫਸਰ ਦੇ ਹੋਣ 'ਤੇ ਮਤਲਬ ਮੈਂ ਆਸ ਕਰਦਾ ਮੈਂ ਉਹਨਾਂ ਤੋਂ ਮਤਲਬ ਵੀ ਜਿੱਦਾਂ ਹੀ ਉਹ ਇੱਕ ਨਵੇਕਲੇ ਪੁਲਿਸ ਅਫਸਰ ਸੀ, ਉੱਦਾਂ ਹੀ ਜੇ ਉਹ ਰਾਜਨੀਤੀ 'ਚ ਕਦੀ ਆਉਂਦੇ ਆ ਤਾਂ ਉਹ ਨਵੇਕਲੇ ਰਾਜਨੀਤਿਕ ਹੋਣ। ਮੇਰੀ ਤਾਂ ਇੰਨੀ ਕੁ ਇੱਛਾ ਜ਼ਰੂਰ ਹੈਗੀ ਉਹਨਾਂ ਕੋਲੋਂ। ਅਤੇ ਬਾਕੀ ਰਹਿ ਗਈ ਗੱਲ ਵੀ ਮੈਂ ਸਰਦਾਰ ਇਕਬਾਲ ਸਿੰਘ ਲਾਲਪੁਰਾ ਉਹਨਾਂ ਨੂੰ ਇੱਕ ਬੇਨਤੀ ਕਰਦਾ ਵੀ ਕਿਸੇ ਵੀ ਗੱਲ ਦੀ ਕਰਨੀ ਹੋਈ, ਠੀਕ ਹੈ ਤੁਸੀਂ ਉਹਨਾਂ ਦਾ ਕੱਢੋ, ਟੈਕਨੀਕਲੀ ਤੁਸੀਂ ਬਹੁਤ ਤਫਤੀਸ਼ ਨੂੰ ਬਹੁਤ ਜਾਣਦੇ ਹੋ, ਤੁਸੀਂ ਮੈਨੂੰ ਪਤਾ ਇਸ ਗੱਲ ਦਾ। ਪਰ ਜਿਹੜੀਆਂ ਤੁਸੀਂ ਆਹ ਗੱਲਾਂ ਕਰਦੇ ਹੋ ਵੀ ਹਾਂ ਜਾਂ ਜੋ ਤੁਸੀਂ ਕਰਦੇ ਰਹੇ ਹੋ ਨਾ, ਮਤਲਬ ਤੁਸੀਂ ਜਿਹੜੇ ਜਾਂ ਸਬੋਰਡੀਨੇਟ ਜਿਹੜੇ ਸੀ ਆਪਣੇ ਸਬੋਰਡੀਨੇਟ ਨਾਲ, ਜਾਂ ਜਿਹੜੇ ਤੁਹਾਡੇ ਵਿਹਾਰ ਰਹੇ ਉਦੋਂ ਤੱਕ, ਜੋ ਤੁਹਾਡਾ ਉਸ ਵੇਲੇ ਦੀਆਂ ਵੀ ਅਖਬਾਰਾਂ ਕੱਢ ਲਓ, ਅਤੇ ਬਹੁਤ ਕੁਛ ਹੈ ਤੁਹਾਡੇ ਲਈ ਵੀ ਉੱਥੇ ਪਰੋਸਿਆ ਪਿਆ। ਅਤੇ ਤੁਸੀਂ ਲੋਕਾਂ ਦੀ ਨਿੱਜੀ ਜ਼ਿੰਦਗੀ ਦੀ ਟਿੱਪਣੀਆਂ ਵੀ ਕਰ ਰਹੇ। 2 ਅਫਸਰਾਂ ਦੇ ਬਾਰੇ ਉਹਨਾਂ ਨੇ ਨਿੱਜੀ ਟਿੱਪਣੀਆਂ ਕੀਤੀਆਂ ਨੇ, ਸ਼੍ਰੀ ਪ੍ਰਬੋਧ ਕੁਮਾਰ ਅਤੇ ਸ਼੍ਰੀ ਰਾਕੇਸ਼ ਅਗਰਵਾਲ ਜੀ। ਮੈਂ ਸ਼੍ਰੀ ਪ੍ਰਬੋਧ ਕੁਮਾਰ ਉਹਨਾਂ ਨਾਲ ਕੰਮ ਨਹੀਂ ਕੀਤਾ, ਪਰ ਮੈਂ ਸ਼੍ਰੀ ਰਾਕੇਸ਼ ਅਗਰਵਾਲ ਜੀ ਨਾਲ ਕੰਮ ਕੀਤਾ। ਬੜੇ ਡੀਸੈਂਟ ਅਫਸਰ ਨੇ, ਉਹ ਵੀ ਡੈਕੋਰੇਟਡ ਅਫਸਰ ਨੇ ਸਾਡੇ ਉਹ। ਪਰ ਇਹਨਾਂ ਨੇ ਜਿਹੜਾ ਉਹਨਾਂ 'ਤੇ ਐਵੇਂ ਬਿਨਾਂ ਵਜ੍ਹਾ ਪਤਾ ਨਹੀਂ ਇਹਨਾਂ ਦੀ ਕੀ ਨਿੱਜੀ ਉਹਦੇ 'ਚ ਵਿਚਾਰਧਾਰਾ, ਅਤੇ ਤੁਹਾਡੀ ਜ਼ਿੰਦਗੀ, ਮੈਂ ਸਿਰਫ ਇਹ ਰਿਕੁਐਸਟ ਕਰੂੰਗਾ ਵੀ ਅਗਲੀ ਵਾਰੀ ਇਹ ਨਾ ਹੋਵੇ ਵੀ ਤੁਹਾਡੀ ਨਿੱਜੀ ਜ਼ਿੰਦਗੀ 'ਤੇ ਕੋਈ ਟਿੱਪ। ਮੈਂ ਤੁਹਾਨੂੰ ਪਿਛਲੀ ਵਾਰੀ ਸਰਦਾਰ ਸ਼੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣਾ ਦੀ ਇੱਕ ਗੱਲ ਸੁਣਾਈ ਸੀ ਵੀ ਉਹ ਆਪਣੇ ਸਬੋਰਡੀਨੇਟ ਨਾਲ ਖੜ੍ਹਦੇ ਆ। ਹਾਂਜੀ, ਠੀਕ ਹੈ ਨਾ ਜੀ। ਇਹਨਾਂ ਨੇ ਅੱਜ ਦਾਅਵਾ ਤੇ ਜਿੱਦਾਂ ਐਂ ਕਰ ਰਹੇ ਵੀ ਜਿਹੜਾ ਬੜੇ ਇਹ ਮਤਲਬ ਅਫਸਰ ਸੀਗੇ। ਮੈਂ ਤੁਹਾਨੂੰ ਇੱਕ ਸਿੰਪਲ ਦੇ ਦਿੰਦਾ, ਮੈਂ ਅਜੇ ਨਵਾਂ ਭਰਤੀ ਹੋਇਆ ਸੀ ਉਦੋਂ ਇਹਨਾਂ ਦੇ ਕੋਲ, ਇਹ ਮੇਰੇ ਜਦੋਂ ਫੀਲਡ ਦੇ ਵਿੱਚ ਮੈਂ ਆਇਆ, ਮੇਰੇ ਪਹਿਲੇ SSP ਸੀਗੇ। ਅੱਛਾ ਜੀ, ਠੀਕ ਹੈ ਜੀ। ਇਹਨਾਂ ਨੇ ਹੋ ਸਕਦਾ ਵੀ ਤੁਹਾਨੂੰ ਇਹਨਾਂ ਨੇ ਕਦੇ ਕੋਈ ਝਿੜਕਿਆ ਹੋਵੇ ਜਾਂ ਨਹੀਂ ਕਦੀ ਨਹੀਂ। ਮੈਂ ਦੱਸ ਦੇਣ ਲੱਗਾ ਕੀ ਹੋਇਆ। ਆ ਮੈਨੂੰ ਗੁੱਸਾ ਇਸ ਗੱਲ ਦਾ ਵੀ ਤੁਸੀਂ ਭਾਈ ਅੱਜ ਕਹਿਣ ਡੇ ਜੇ ਵੀ ਤੁਸੀਂ ਬੜੇ ਸਖਤ ਜੇ ਮਤਲਬ ਕੋਈ, ਮੈਨੂੰ ਇਹਨਾਂ ਨੇ ਆਪ ਕਹਿ ਕੇ ਇੱਕ ਪੋਸਟਿੰਗ ਕਰਦੇ ਆ ਵੀ ਉੱਥੋਂ ਇੱਕ ਮਤਲਬ ਕਿਸੇ ਮਿਨਿਸਟਰ ਦੇ ਮਤਲਬ ਕਹਿ ਲਓ ਵੀ ਕੋਈ ਬੰਦਾ ਸੀਗਾ, ਕੋਈ ਚੌਂਕੀ ਲੱਗਾ ਸੀਗਾ, ਮੈਨੂੰ ਉੱਥੇ ਲਾ ਦਿੱਤਾ ਇਹਨਾਂ ਨੇ। ਇਹ ਗੱਲ ਹੈਗੀ ਆ 2002-03 ਦੀ ਮੇਰਾ ਖਿਆਲ ਹੈ। ਅਤੇ ਮੈਨੂੰ ਜੇ ਵੇਖੋ ਉਸ ਵੇਲੇ ਦੀ ਮੈਂ ਰੰਜਿਸ਼, ਮੈਂ ਕੀ ਕਰ ਲੈਣਾ ਦੇਣਾ ਜੀ ਇਹਨਾਂ ਕੋਲੋਂ। ਅਤੇ ਇਹਨਾਂ ਨੇ ਸਿਰਫ ਜਦੋਂ ਉਹਨਾਂ ਦੇ ਗੋਡੀਆਂ ਥਲਾਉਣ ਦੀ ਗੱਲ ਕੀਤੀ ਹੈ ਨਾ, ਮੈਂ ਇਹਨਾਂ ਨੂੰ ਤਲੂਏ ਚੱਟਦਿਆਂ ਵੇਖਿਆ ਜੀ ਆਪ। ਅਤੇ ਇਹਨਾਂ ਨੇ ਉੱਥੇ ਇੱਕ ਬੰਦਾ ਬਦਲ ਕੇ ਮੈਨੂੰ ਲਾ ਦਿੱਤਾ ਜੀ। ਮੈਂ ਤਾਂ ਨਾ ਉਦੋਂ ਕੋਈ ਪੋਲੀਟੀਕਲ ਸੀ, ਨਾ ਮੈਨੂੰ ਮਹਿਕਮੇ ਦਾ ਇਹ ਪਤਾ ਸੀ, ਨਾ ਬੀ ਪਤਾ ਸੀ, ਨਾ ਮੈਂ ਨਵਾਂ ਅਜੇ ਟ੍ਰੇਨਿੰਗ ਕਰਕੇ ਅਤੇ ਫੀਲਡ ਦੀ ਟ੍ਰੇਨਿੰਗ ਆਪਣੀ ਕੰਪਲੀਟ ਕਰਨ ਰਿਹਾ ਸੀਗਾ। ਉਸ ਮੰਤਰੀ ਸਾਹਿਬ ਨੇ ਇੱਕ ਪੂਰਾ ਸਟੈਂਡ ਲੈ ਲਿਆ ਵੀ ਉਹਨਾਂ ਦਾ ਆਪਣਾ ਕੋਈ ਬੰਦਾ ਸੀਗਾ ਜਿਹਨੂੰ ਉਹਨਾਂ ਨੇ ਉੱਥੇ ਲਵਾਇਆ ਹੋਇਆ ਸੀਗਾ। ਇਹਨਾਂ ਨੇ ਮੈਨੂੰ ਮੇਰੀ ਫੀਲਡ ਦੀ ਜੋਬ ਵੀ ਨਹੀਂ ਪੂਰੀ, ਮਤਲਬ ਮੇਰੀ ਟ੍ਰੇਨਿੰਗ ਵੀ ਨਹੀਂ ਪੂਰੀ ਹੋਣ ਦਿੱਤੀ। ਮੈਨੂੰ ਚੱਕ ਕੇ CM ਸਿਕਿਉਰਿਟੀ, ਜਿਹੜੀ CM ਸਿਕਿਉਰਿਟੀ ਨੂੰ ਅੱਜ ਨਿੰਦਣ ਡੇ ਵੀ CM ਸਿਕਿਉਰਿਟੀ ਦਾ ਘਾਲਾ ਮਾਲਾ, ਉਸੇ CM ਸਿਕਿਉਰਿਟੀ ਦਾ ਵਿੱਚ ਮੈਨੂੰ ਤੋਰਤਾ। ਮਤਲਬ ਇਹੀ ਵੀ ਨਾਂ ਲਾਤਾ ਵੀ ਹਾਂ ਇਹਨਾਂ ਕੋਲ ਹੋਰ ਕੋਈ ਇਹਨਾਂ ਨੂੰ ਤਰੀਕਾ ਨਹੀਂ ਲੱਭਿਆ, ਅਤੇ ਇਹਨਾਂ ਨੇ ਕਹਿਤਾ ਵੀ ਇਹਦਾ CM ਸਿਕਿਉਰਿਟੀ 'ਚ ਨਾਂ ਪੈ ਕੇ ਆ ਗਿਆ ਜੀ, CM ਸਿਕਿਉਰਿਟੀ 'ਚ ਨਾਂ ਪੈ ਕੇ ਆ ਗਿਆ ਮੇਰੇ, ਕਿਉਂਕਿ ਮੇਰੇ ਮਤਲਬ ਇਹ ਮੇਰੇ ਫਾਦਰ ਨੇ ਵੀ ਇਹਨਾਂ ਨਾਲ ਜੋਬ ਕੀਤੀ ਹੈ। ਅਤੇ ਮੈਂ ਉਦੋਂ ਹੈਰਾਨ ਸੀਗਾ ਵੀ ਤੁਸੀਂ ਮੈਨੂੰ ਮੈਂ ਤੁਹਾਨੂੰ ਕਿਹਾ ਨਹੀਂ ਮੈਨੂੰ ਕਿਤੇ ਚੌਂਕੀ ਇੰਚਾਰਜ ਲਾ ਦਿਓ, ਮੇਰਾ ਕੋਈ ਲੱਗਣ ਦਾ ਮਨਸਾ ਨਹੀਂ ਕਿਤੇ। ਪ੍ਰਮੋਸ਼ਨ ਹੋਈ ਸੀ? ਨਹੀਂ, ਪ੍ਰਮੋਸ਼ਨ ਨਹੀਂ ਹੋਈ।
ਕੋਈ ਪ੍ਰਮੋਸ਼ਨ ਨਹੀਂ, ਮੈਂ ਤਾਂ ਜੇ ਪ੍ਰੈਕਟੀਕਲ ਟ੍ਰੇਨਿੰਗ ਕਰਨ ਡਿਆ। ਤੁਹਾਨੂੰ ਚੱਕ ਕੇ ਪਹਿਲੇ ਉੱਥੇ ਮੈਨੂੰ ਉੱਥੇ ਆਪ ਤੁਸੀਂ ਚੌਂਕੀ ਇੰਚਾਰਜ ਲਾ ਦਿੰਦੇ ਜੇ, ਉੱਥੇ ਮੁੜ ਕੇ ਮਿਨਿਸਟਰ ਸਟੈਂਡ ਲੈ ਜਾਂਦਾ ਕੋਈ ਵੀ ਹਾਂ ਮਤਲਬ ਨਹੀਂ ਮੇਰਾ ਪਹਿਲਾਂ ਹੀ ਬੰਦਾ ਚਾਹੀਦਾ, ਤੇ ਮੈਨੂੰ ਤੁਸੀਂ ਚੁੱਕ ਕੇ ਸੀਐਮ ਸਿਕਿਉਰਿਟੀ ਨੂੰ ਤੋਰ ਦਿੰਦੇ ਜੇ। ਇਹ ਕੀ ਗੱਲ ਹੋਈ ਵੀ ਮੈਨੂੰ ਮੇਰੀ ਪਹਿਲੀ ਗੱਲ ਤਾਂ ਕਾਨੂੰਨ ਮੇਰੀ ਪ੍ਰੈਕਟੀਕਲ ਟ੍ਰੇਨਿੰਗ ਕੰਪਲੀਟ ਹੋਣੀ ਚਾਹੀਦੀ ਸੀਗੀ, ਅਤੇ ਮੈਨੂੰ ਤੁਸੀਂ ਪ੍ਰੈਕਟੀਕਲ ਟ੍ਰੇਨਿੰਗ ਕੰਪਲੀਟ ਸੀਐਮ ਸਿਕਿਉਰਿਟੀ ਦਾ ਮੇਰੇ ਪ੍ਰੈਕਟੀਕਲ ਟ੍ਰੇਨਿੰਗ ਦਾ ਕੋਈ ਪਾਰਟ ਹੀ ਨਹੀਂ ਹੈਗਾ, ਅਤੇ ਉੱਥੇ ਤੁਸੀਂ ਤੋਰ ਦਿੰਦੇ। ਤੁਹਾਡੇ ਕੋਲ ਇੰਨਾ ਨਹੀਂ ਸਟੈਂਡ ਲਿਆ ਹੋਇਆ ਉਸ ਵੇਲੇ ਵੀ ਤੁਸੀਂ ਉਸ ਬੰਦੇ ਮਤਲਬ ਮਿਨਿਸਟਰ ਦੇ ਕਿਹਾ ਤੁਸੀਂ ਬਸ ਮੁੜ ਕੇ ਤੁਹਾਡੇ ਕੋਲ ਅੱਜ ਤੁਸੀਂ DGP ਦੀਆਂ ਬਦਲੀਆਂ ਕਰਾਉਣ ਦੀਆਂ ਗੱਲਾਂ ਕਰ ਰਹੇ। ਮੈਨੂੰ ਹੈਰਾਨੀ ਹੋਈ ਇਸ ਗੱਲ 'ਤੇ ਵੀ ਮੈਂ ਵੇਖੋ ਉਸ ਬੰਦੇ ਨਾਲ ਵੀ ਮੇਰਾ ਜਿਹੜਾ ਹੈਗਾ, ਮੈਂ ਤੁਹਾਨੂੰ ਦੱਸਿਆ ਵੀ ਉਹ ਬੰਦਾ ਜੇ ਕੰਮ ਕਰਦੇ ਹੋ ਤੁਸੀਂ ਤਾਂ ਸਟੈਂਡ ਲੈਂਦਾ, ਤੁਹਾਡੇ ਕੋਲ ਨਹੀਂ ਲਿਆ ਹੁੰਦਾ। ਮੈਨੂੰ ਪਤਾ ਆ, ਮੈਂ ਤੁਹਾਨੂੰ ਜੇ ਲੋੜ ਪਈ, ਜੇ ਤੁਸੀਂ ਇੱਥੋਂ ਅੱਗੇ ਚੱਲੋਗੇ ਕੁਛ ਨਹੀਂ, ਹਾਂ ਤੁਸੀਂ ਕਰਨਾ ਉਹਨਾਂ ਦੇ ਖਿਲਾਫ ਤੁਸੀਂ ਜੋ ਕਰਨਾ ਕਰੋ, ਮੇਰੀ ਕੋਈ ਨਿੱਜੀ ਰੰਜਿਸ਼ ਇਹਨਾਂ ਨਾਲ ਨਹੀਂ। ਹਾਂ ਜੇ ਤੁਸੀਂ ਕੋਈ ਵੀ ਜਿਹੜਾ ਐਵੇਂ ਬਿਨਾਂ ਵਜ੍ਹਾ ਜਿਹੜਾ ਉਹਨਾਂ 'ਤੇ ਟਿੱਪਣੀ ਕੀਤੀ ਵੀ ਹਾਂ ਉਹ ਪੈਰੀਆਂ ਚਲਾਉਂਦੇ, ਇੱਦਾਂ ਦੀ ਕੋਈ ਟਿੱਪਣੀ ਦੁਬਾਰਾ ਕਰੋਗੇ ਨਾ, ਫਿਰ ਤੁਸੀਂ ਧਮਕੀ ਹੈ ਉਹਨਾਂ ਨੂੰ? ਨਹੀਂ ਧਮਕੀ ਨਹੀਂ। ਅੱਛਾ ਜੀ, ਮੇਰਾ ਸੁਜੈਸ਼ਨ ਹੈ। ਠੀਕ ਹੈ, ਤੁਹਾਡਾ ਧੰਨਵਾਦ ਜੀ। ਵੀ ਫਿਰ ਮੈਂ ਬਿਲਕੁਲ ਬਖੀਏ ਦੇ ਦੂੰਗਾ ਜੀ। ਮੇਰੇ ਕੋਲ ਮੈਂ ਜੇ ਰੰਜਿਸ਼ ਨਾਲ ਕਰਨਾ ਹੁੰਦਾ ਮੈਂ ਅੱਜ ਹੀ ਸਭ ਕੁਝ ਕਰ ਦਿੰਦਾ, ਪਰ ਮੈਂ ਜਰਾ ਸਿਰਫ ਇੰਨਾ ਕਿਹਾ ਵੀ ਤੁਸੀਂ ਲੜਾਈ ਲੜੋ। ਹਾਂ ਤੁਸੀਂ ਜੇ ਕਿਸੇ ਨੇ ਕੁਛ ਚੰਗਾ ਕੀਤਾ ਨਾ, ਅਤੇ ਉਹਦੇ ਵਿੱਚੋਂ ਹਰ ਵਕਤ ਤੁਸੀਂ ਕਿੰਤੂ ਪਰੰਤੂ ਕਰ ਰਹੇ, ਤੁਸੀਂ ਚੰਗਾ ਕਰ ਦਿਓ। ਤੁਸੀਂ ਸਰਕਾਰ 'ਚੋਂ, ਤੁਸੀਂ ਕੇਂਦਰ ਸਰਕਾਰ ਦੇ ਵਿੱਚੋਂ, ਤੁਸੀਂ ਲੋਕਾਂ ਨੂੰ ਕਿਉਂ ਸ਼ਦਾਈ ਬਣਾਇਆ? ਠੀਕ ਹੈ ਨਾ, ਆਪਣੀ ਰਾਜਨੀਤਿਕ ਕਾਰਨਾਂ ਕਰਕੇ ਲੋਕਾਂ ਨੂੰ ਸ਼ਦਾਈ ਨਾ ਬਣਾਓ। ਮੇਰੇ ਤਾਂ ਕੋਈ ਰਾਜਨੀਤਿਕ ਕਾਰਨ ਹੈ ਨਹੀਂ ਜੀ, ਮੈਂ ਤਾਂ ਬਾਬੇ ਨਾਨਕ ਦੀ ਗੱਲ ਮੰਨ ਕੇ ਆਪਣੀ ਮਿਹਨਤ ਦੀ ਕਰਕੇ ਖਾ ਰਿਹਾ, ਅਤੇ ਉਹੀ ਖਾਣੀ ਹੈ ਮੈਂ ਤਾਂ। ਮੇਰੀ ਤੁਹਾਡਾ ਬਹੁਤ ਧੰਨਵਾਦ ਜੀ, ਤੁਸੀਂ ਪੰਜਾਬੀ ਲੋਕ ਚੈਨਲ ਦੇ ਲਈ ਇੰਨਾ ਸਮਾਂ ਕੱਢਿਆ। ਸੋ ਅਸੀਂ ਆਸ ਰੱਖਦੇ ਹਾਂ ਕਿ ਤੁਹਾਨੂੰ ਇਹ ਇੰਟਰਵਿਊ ਚੰਗੀ ਲੱਗੀ ਹੋਈ। ਜੇ ਤੁਹਾਡੇ ਕੋਈ ਸੁਜੈਸ਼ਨਸ ਹੋਣ ਇਸ ਦੇ ਬਾਬਤ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਨੂੰ ਦੱਸਿਆ ਜੇ, ਅਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਅਸੀਂ ਜਿਹੜੇ ਵੀ ਪੰਜਾਬ ਦੇ ਵਿੱਚ ਕੋਈ ਵੀ ਘਟਨਾਕ੍ਰਮ ਵਾਪਰਦਾ ਹੈ, ਅਸੀਂ ਉਸ ਦੇ ਉੱਤੇ ਪ੍ਰੈਜੈਂਟ ਦੇ ਵਿੱਚ ਅਸੀਂ ਗੱਲਬਾਤ ਜ਼ਰੂਰ ਕਰਾਂਗੇ। ਸੋ ਆਸ ਕਰਦੇ ਹਾਂ ਵੀ ਆਪ ਜੀ ਨੂੰ ਇਹ ਇੰਟਰਵਿਊ ਚੰਗੀ ਲੱਗੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।